ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮਿਲ ਟੀਵੀ USA। ਮੈਂ ਤੇਜਪਾਲ ਸਿੰਘ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪੰਜਾਬ ਚਰਚਾ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਇਸ ਵੇਲੇ ਕਿਸਾਨ ਸੰਘਰਸ਼ ਜਿਹੜਾ ਹੈਗਾ ਉਹ ਮਗਿਆ ਹੋਇਆ। ਕਿਸਾਨ ਸੜਕਾਂ ਤੇ ਰੇਲ ਪੱਟੀਆਂ ਤੇ ਬੈਠੇ ਆ ਤੇ ਉਹਦੇ ਵਿੱਚ ਬਹੁਤ ਸਾਰੇ ਨਵੇਂ ਘਟਨਾਕ੍ਰਮ ਰੋਜ਼ ਦੀ ਰੋਜ਼ ਵਾਪਰ ਰਹੇ ਆ। ਤੇ ਕੱਲ੍ਹ ਵਿਧਾਨ ਸਭਾ ਦੇ ਵਿੱਚ ਵੀ ਜਿਹੜਾ ਮਤਾ ਪੇਸ਼ ਹੋਇਆ ਉਹ ਪਾਸ ਹੋ ਗਏ ਸਾਰੇ 3 ਮਤੇ ਜਿਹੜੇ ਉਹਦੇ ਤੇ ਇੱਕ ਬਿਜਲੀ ਦਾ, ਤੇ ਉਹ ਲੈ ਕੇ ਉਹ ਰਾਜਪਾਲ ਕੋਲ ਪਹੁੰਚੇ ਨੇ। ਰਾਜਪਾਲ ਉਹ 'ਤੇ ਸਾਈਨ ਕਰਦੇ ਆ ਜਾਂ ਨਹੀਂ ਕਰਦੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਪਿਆ ਤੇ ਆਉਣ ਵਾਲੇ ਸਮੇਂ ਦੇ ਗਰਭ 'ਚੋਂ ਸਾਨੂੰ ਇਹ ਪਤਾ ਲੱਗੇਗਾ ਕਿ ਉਹਦੇ ਵਿੱਚੋਂ ਕੀ ਨਿਕਲਦਾ ਹੈ। ਪਰ ਅੱਜ ਜਿਹੜੇ ਅਸੀਂ ਗੱਲ ਕਰ ਰਹੇ ਹਾਂ ਉਹ ਦੁਆਬਾ ਖੇਤਰ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਕੀ ਗਾਹਾਂ ਇਸ ਜਥੇਬੰਦੀਆਂ ਜਿਹੜੀਆਂ ਆਪਣੇ ਕਿਸਾਨ ਜਥੇਬੰਦੀਆਂ ਹੈਗੀਆਂ ਉਹਨਾਂ ਦਾ ਕੀ ਪੈਂਤੜਾ ਹੋਵੇਗਾ, ਉਹਦੇ ਬਾਰੇ ਅਸੀਂ ਗੱਲ ਕਰਨੀ ਆ। ਤੇ ਉਹਦੇ ਲਈ ਸਾਡੇ ਸਟੂਡੀਓ 'ਚ ਪਹੁੰਚੇ ਨੇ ਸਰਦਾਰ ਕਿਰਪਾਲ ਸਿੰਘ ਮੂਸਾਪੁਰ। ਆਪਾਂ ਇਹਨਾਂ ਨੂੰ ਜੀ ਆਇਆਂ ਕਹੀਏ। ਸਰਦਾਰ ਕਿਰਪਾਲ ਸਿੰਘ ਜੀ, ਤੁਹਾਨੂੰ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਕਿਰਪਾਲ ਸਿੰਘ ਜੀ, ਆਪਾਂ ਜਦੋਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਜਿਹੜੇ ਮਤੇ ਜਿਹੜੇ ਬਿੱਲ ਕੇਂਦਰ ਸਰਕਾਰ ਦੇ ਜਿਹੜੇ ਹੁਣ ਕਾਨੂੰਨ ਬਣ ਗਏ, ਇਹਦੇ ਬਾਰੇ ਤੁਸੀਂ ਜੇ ਆਪਾਂ ਨੂੰ ਓਪਰਾ ਜਿਹਾ ਦੇਖੀਏ ਤੇ ਹਰ ਬੰਦੇ ਨੂੰ ਇਹ ਸਮਝ ਆਉਂਦੀ ਹੈ ਵੀ ਇਹ ਕਿਸਾਨ ਮਾਰੂ ਨੇ। ਉਹਦੇ ਬਾਵਜੂਦ ਵੀ ਤੁਹਾਨੂੰ ਕਿਉਂ ਲੱਗਦਾ ਵੀ ਕੇਂਦਰ ਸਰਕਾਰ ਜਿਹੜੀ ਹੈ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ ਔਰ ਝੁਕ ਨਹੀਂ ਰਹੀ ਇਸ ਮਾਮਲੇ 'ਚ? ਦੇਖੋ, ਕੇਂਦਰ ਸਰਕਾਰ ਸਿਰਫ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਸਰਕਾਰ ਹੈ ਜੀ। ਉਹ ਸਾਰੇ ਦਾ ਸਾਰਾ ਖੇਤੀਬਾੜੀ ਦਾ ਕਾਰੋਬਾਰ, ਈਵਨ ਸਾਡੀ ਜੋ ਜ਼ਮੀਨਦਾਇਤ ਹੈ ਜੀ, ਉਹ ਸਿਰਫ ਅਬਾਨੀਆਂ ਅਡਾਨੀਆਂ ਨੂੰ ਸੌਂਪਣ ਦੀ ਤਿਆਰੀ ਕਰੀ ਬੈਠੀ ਹੈ। ਜਿਹੜਾ ਉਹਨਾਂ ਦਾ ਆਪਣਾ ਖਰਚ ਇਹਨੂੰ ਪ੍ਰੋਕਿਉਰਮੈਂਟ 'ਤੇ ਆਂਦਾ ਸਾਰੇ ਫੂਡ ਨੂੰ, ਉਹ ਤੋਂ ਹੱਡ ਛਡਾਉਣਾ ਚਾਹੁੰਦੀ ਹੈ ਜੀ। ਤੇ ਇਹਦੇ 'ਚ ਜਦੋਂ ਆਪਾਂ ਗੱਲ ਕਰੀਏ, ਜਿਹੜੀ ਪਹਿਲਾਂ ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਉਦੋਂ ਜਿਹੜੀ ਮੇਨ ਗੱਲ ਜਿਹੜੀ ਸੁਣਨ 'ਚ ਆਉਂਦੀ ਸੀ ਨਾ, ਉਹ MSP ਹਰ ਬੰਦਾ MSP ਕਹੀ ਜਾਂਦਾ ਸੀਗਾ ਵੀ MSP ਨਹੀਂ ਮਿਲਣੀ। ਕੀ ਇਹ ਸਿਰਫ MSP ਤੱਕ ਹੀ ਮਹਦੂਦ ਸੀਗਾ ਜਾਂ ਉਹਦੇ ਤੋਂ ਉੱਪਰ ਦੀ ਕੋਈ ਗੱਲ ਹੈਗੀ ਹੈ? ਇਹ MSP ਵਾਲੇ ਤੱਕ ਮਹਿਬੂਬ ਨਹੀਂ, ਇਹ ਤਾਂ ਇੰਨੇ ਕੁ ਘਾਤਕ ਹੈ ਤਿੰਨੋਂ ਬਿੱਲ ਜੀ। ਪਹਿਲਾ ਬਿੱਲ ਜਿਹੜਾ ਐਗਰੀਕਲਚਰ ਪ੍ਰੋਡਿਊਸ ਐਂਡ ਟ੍ਰੇਡ ਹੈ, ਉਹਦੇ ਵਿੱਚ ਇਹਨਾਂ ਨੇ ਜੋ ਲਿਆਂਦਾ ਗਿਆ ਬਿੱਲਾਂ ਦੇ ਅੰਦਰ ਜੀ, ਉਹ ਕਾਰਪੋਰੇਟ ਘਰਾਣਿਆਂ ਨੂੰ ਸਿੱਧਾ ਹੀ 9% ਟੈਕਸ ਮਾਫ ਕਰ ਦਿੱਤਾ। ਜਿਹੜਾ ਮੰਡੀ ਬੋਰਡ ਦਾ ਟੈਕਸ ਸੀ, ਜਿਹੜਾ ਸਾਡਾ ਰੂਰਲ ਡਿਵੈਲਪਮੈਂਟ ਵਾਸਤੇ ਵਰਤਿਆ ਜਾਂਦਾ ਸੀ, ਉਹ ਸਾਰੇ ਦੇ ਸਾਰੇ ਸਟੇਟ ਦੇ ਅਧਿਕਾਰ ਸੈਂਟਰ ਨੇ ਆਪਣੇ ਕੋਲ ਲੈ ਲਏ। ਉਹਦੇ ਨਾਲ ਸਾਡੀ ਰੂਰਲ ਡਿਵੈਲਪਮੈਂਟ ਰੁਕੇਗੀ ਜੀ। MSP ਜਿਹੜੀ ਸਾਡੀ ਪੰਜਾਬ, ਹਰਿਆਣਾ, ਕੁਝ ਪਾਰਟ ਯੂਪੀ ਤੇ ਹਰਿਆਣਾ ਜੀ, ਜਿਹੜੀ MSP ਤੇ ਕਣਕ ਤੇ ਝੋਨੇ ਦੀ ਖਰੀਦ ਹੁੰਦੀ ਸੀ, ਉਹਦੇ ਤੋਂ ਸਰਕਾਰ ਭੱਜਣ ਦੀ ਪਾਲਿਸੀ ਤਿਆਰ ਕਰ ਰਹੀ ਹੈ ਜੀ। ਤੇ ਇਹ ਕਹਿ ਰਹੇ ਵੀ MSP ਰਹੇਗੀ, ਲੇਕਿਨ MSP ਤੇ ਖਰੀਦ ਦੀ ਗਰੰਟੀ ਉਹਨਾਂ ਨੇ ਖਤਮ ਕਰ ਦਿੱਤੀ। MSP ਤਾਂ ਇਹ 23 ਫਸਲਾਂ ਤੇ ਨਿਰਧਾਰਿਤ ਕੀਤੀ ਜਾਂਦੀ ਹੈ ਜੀ। 23 ਦੇ ਵਿੱਚੋਂ ਸਿਰਫ 2 ਫਸਲਾਂ ਥੋੜੇ ਜਿਹੇ ਪੋਰਸ਼ਨ 'ਚ ਖਰੀਦੀਆਂ ਜਾਂਦੀਆਂ 4 ਸਟੇਟਾਂ 'ਚ, ਕਣਕ ਤੇ ਝੋਨਾ। ਬਾਕੀ ਕੋਈ ਵੀ ਫਸਲ MSP ਤੇ ਨਹੀਂ ਖਰੀਦੀ ਜਾਂਦੀ। ਜਿਸ ਤਰ੍ਹਾਂ ਪਿੱਛੇ ਮੱਕੀ ਦਾ ਸੀਜ਼ਨ ਲੰਘ ਕੇ ਗਿਆ, ਮੱਕੀ ਦੀ MSP 1850 ਰੁਪਏ ਸੀਗੀ ਜੀ, ਜਿਹੜੀ ਮੰਡੀ ਦੇ ਵਿੱਚ ਵੱਧ ਤੋਂ ਵੱਧ 1100 ਰੁਪਏ ਵਿਕੀ ਹੈ। ਹੁਣ ਮਾਲਵੇ ਦੇ ਵਿੱਚ ਨਰਮੇ ਦਾ ਸੀਜ਼ਨ ਚੱਲ ਰਿਹਾ, ਬਿਲਕੁਲ ਚੱਲ ਰਿਹਾ, ਜਿਹਦੀ MSP 5700 ਰੁਪਏ ਆ, ਲੇਕਿਨ ਉਹ ਮੰਡੀ ਦੇ ਵਿੱਚ ਵਿਕ ਰਿਹਾ 4600 ਤੋਂ 4800 ਰੁਪਏ ਜੀ। MSP ਖਰੀਦ ਤੋਂ ਸਰਕਾਰ ਭੱਜਣ ਲਈ ਕਹਿ ਰਹੀ ਹੈ ਕਿ MSP ਰਹੇਗੀ, ਲੇਕਿਨ ਉਹ 'ਤੇ ਖਰੀਦ ਦੀ ਗਰੰਟੀ ਨਹੀਂ ਦੇ ਰਹੀ, ਪਹਿਲੀ ਗੱਲ। ਦੂਸਰੀ ਗੱਲ, ਇਹਦੇ ਵਿੱਚ ਜਿਹੜੀ ਸਾਡੀ ਪੇਮੈਂਟ ਦਾ ਸ਼ਡਿਊਲ ਉਹਨਾਂ ਨੇ ਬਣਾਇਆ ਉਹ ਬਹੁਤ ਹੀ ਘਾਤਕ ਆ ਜੀ। ਉਹਦੇ ਲਈ ਵਪਾਰੀ 'ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਅੱਜ ਤੱਕ ਜੋ ਪੁਰਾਣਾ ਸਿਸਟਮ ਚੱਲਦਾ, ਉਹਦੇ 'ਤੇ ਸਾਰੇ ਕਾਨੂੰਨ ਵਪਾਰੀ ਦੇ ਖਿਲਾਫ ਹੈ। ਵੀ ਜੇ ਵਪਾਰੀ ਜ਼ਿਮੀਂਦਾਰ ਨਾ, ਪ੍ਰੋਡਿਊਸਰ ਨਾਲ ਧੋਖਾ ਕਰਦਾ ਹੈ ਤੇ ਸਾਰੇ ਦੇ ਸਾਰੇ ਰਾਈਟ ਜ਼ਿਮੀਂਦਾਰ ਕੋਲ ਹੈ ਜੀ। ਨਵੇਂ ਐਕਟ ਦੇ ਮੁਤਾਬਕ ਸਾਰੇ ਦੇ ਸਾਰੇ ਰਾਈਟ ਕਾਰਪੋਰੇਟ ਘਰਾਣਿਆਂ ਕੋਲ ਹੋਣਗੇ, ਜ਼ਿਮੀਂਦਾਰ ਕੋਲ ਕੋਈ ਉਹਦੇ ਚਾਰਾਜੋਈ ਨਹੀਂ ਹੋਏਗੀ ਜੀ। ਜਿਹੜਾ ਪਹਿਲਾਂ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਇਹ ਬਹੁਤ ਘਾਤਕ ਹੈ, ਜਿਹੜੀ ਪਹਿਲਾਂ ਕੋਈ ਵੀ ਪ੍ਰੋਬਲਮ ਆ ਜਾਂਦੀ ਸੀ, ਖਰੀਦ ਦੇ ਵਿੱਚ ਆ ਜਾਂਦੀ ਸੀ ਜਾਂ MSP ਦੀ ਪ੍ਰੋਬਲਮ ਆ ਜਾਂਦੀ ਸੀ, ਤਾਂ ਤੁਸੀਂ ਮੰਡੀ ਬੋਰਡ ਦੇ ਪ੍ਰਧਾਨ ਕੋਲ ਪਹੁੰਚ ਜਾਂਦੇ ਸੀ, ਜਾਂ ਮੰਡੀ ਬੋਰਡ ਦੇ ਪ੍ਰਧਾਨ ਕੋਲ ਵੀ ਮਸਲਾ ਨਹੀਂ ਸੀ ਸੋਲਵ ਹੁੰਦਾ ਤੇ ਉਹ ਤੋਂ ਉੱਤੇ ਤੁਸੀਂ ਚੰਡੀਗੜ੍ਹ ਚਲੇ ਜਾਂਦੇ ਸੀਗੇ, ਉੱਥੇ ਮਸਲਾ ਸੋਲਵ ਹੋ ਜਾਂਦਾ ਸੀ, ਨਹੀਂ ਤਾਂ ਫਿਰ ਅਦਾਲਤਾਂ ਦੇ ਰਸਤੇ ਤੁਹਾਡੇ ਲਈ ਖੁੱਲ੍ਹੇ ਸੀਗੇ। ਤੇ ਹੁਣ ਜਿਹੜੀ ਇਹ ਗੱਲ ਆ ਇਹਦੇ ਵਿੱਚ ਤੇ ਉਹਨੇ ਤੁਹਾਨੂੰ ਅਸਾਈਨ ਕਰ ਦਿੱਤਾ ਵੀ ਤੁਸੀਂ ਡਿਪਟੀ ਕਮਿਸ਼ਨਰ ਜਾਂ SDM ਕੋਲ ਆਪਣਾ ਜਿਹੜੀ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਉਹਨਾਂ ਕੋਲ ਲੈ ਕੇ ਚਲੇ ਜਾਓ। ਉਹਦੇ ਤੇ ਇਹਦੇ 'ਚ ਤੁਹਾਨੂੰ ਕੀ ਫਰਕ ਲੱਗਦਾ ਹੈ? ਇਹ ਤਾਂ ਬਿਲਕੁਲ ਜੁਮਲੇਬਾਜ਼ੀ ਹੈ ਜੀ।
ਐਸਡੀਐਮ ਦੇ ਕੋਲ ਕੋਈ ਪਾਵਰ ਨਹੀਂ ਹੋਏਗੀ ਵੀ ਉਹ ਇੱਕ ਐਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਕੋਈ ਆਰਡਰ ਕਰ ਸਕੇ ਜੀ। ਉਹਨਾਂ ਨੂੰ ਤਾਂ ਮਿਲਣ ਲਈ ਪੀਐਮਬੀ ਟਾਈਮ ਮੰਗਦਾ, ਪੀਐਮਬੀ ਟਾਈਮ ਤੋਂ ਬਿਨਾਂ ਉਹਨਾਂ ਕੋਈ ਗੱਲ ਨਹੀਂ ਕਰਦਾ। ਤੇ ਐਸਡੀਐਮ ਦੀ ਕੀ ਪਾਵਰ ਹੈ ਵੀ ਉਹ ਉਹਨਾਂ ਤੇ ਕੋਈ ਆਪਣਾ ਹੁਕਮ ਆਰਡਰ ਜ਼ਿਮੀਂਦਾਰ ਦੇ ਹੱਕ ਦਾ, ਜਿਹੜਾ ਜ਼ਿਮੀਂਦਾਰ ਦਾ ਰਾਈਟ ਹੈ, ਉਹ ਉਹਨਾਂ ਤੇ ਲਾਗੂ ਕਰਦਾ ਹੈ। ਇਹ ਸਿਰਫ ਤੇ ਸਿਰਫ ਡਰਾਮੇਬਾਜ਼ੀ ਹੈ। ਸਰਦਾਰ ਕਿਰਪਾਲ ਸਿੰਘ ਜੀ, ਇੱਕ ਗੱਲ ਜਿਹੜੀ ਹੋਰ ਕਿਸਾਨ ਸੰਘਰਸ਼ ਦੇ ਵਿੱਚੋਂ ਨਿਕਲ ਕੇ ਬਾਹਰ ਆ ਰਹੀ ਆ, ਉਹ ਇਹ ਆ ਰਹੀ ਆ ਵੀ ਜਿਹੜੀ ਸੈਂਟਰ ਗੌਰਮੈਂਟ ਆ, ਇਹਨਾਂ ਦਾ ਜਿਹੜਾ ਅਲਟੀਮੇਟ ਗੋਲ ਹੈ, ਜਿਹੜਾ ਅਖੀਰਲਾ ਗੋਲ ਹੈ, ਉਹ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਹੈ। ਇਹ ਜਿਹੜਾ ਇੱਕ ਕਿਸਾਨਾਂ ਦੇ ਵਿੱਚ ਫੀਲਿੰਗ ਆ ਰਹੀ ਹੈ, ਇੱਕ ਪਹੁੰਚ ਅਪਣਾ ਰਿਹਾ ਕਿਸਾਨ ਕਹਿ ਲਓ, ਇਹ ਕਿਉਂ ਉਹਨਾਂ ਨੂੰ ਇਦਾਂ ਲੱਗ ਰਿਹਾ ਵੀ ਸ਼ਾਇਦ ਸਾਡੀਆਂ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕਿਤੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹਵੇ? ਦੇਖੋ, ਇਹ ਜਿਹੜਾ ਦੂਸਰਾ ਐਕਟ ਹੈ, ਕੰਟੈਕਟ ਫਾਰਮਿੰਗ ਆਪਾਂ ਉਹਨੂੰ ਸ਼ਾਰਟ ਦੇ ਵਿੱਚ ਕਹਿ ਲਈਏ ਜੀ, ਉਹਦੇ ਵਿੱਚ ਜਿੰਨੀਆਂ ਵੀ ਸ਼ਰਤਾਂ ਲਿਖੀਆਂ ਗਈਆਂ ਉਹ ਸਾਰੀਆਂ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਹੈ ਜੀ। ਉਹ ਇੱਕ ਵੀ ਸ਼ਰਤ ਜ਼ਿਮੀਂਦਾਰ ਦੇ ਹੱਕ 'ਚ ਨਹੀਂ ਜੀ। ਉਹ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਵੀ ਉਹ ਲੱਗ ਨਹੀਂ ਰਿਹਾ, ਉਹ ਬਿਲਕੁਲ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਵੀ ਜ਼ਿਮੀਂਦਾਰ ਨੂੰ ਸਬਜ਼ ਬਾਗ ਦਿਖਾ ਕੇ ਜ਼ਮੀਨਾਂ ਲੀਜ਼ ਤੇ ਲਈਆਂ ਜਾਣਗੀਆਂ, ਲੀਜ਼ ਤੇ ਲੈ ਕੇ ਉਹਨਾਂ ਤੇ ਕਬਜ਼ੇ ਕਾਰਪੋਰੇਟ ਘਰਾਣਿਆਂ ਦੇ ਕਰਵਾਉਣ ਦੀ ਪੂਰੀ ਬੀਜੇਪੀ ਸਰਕਾਰ ਦੀ ਤਿਆਰੀ ਆ, ਜਿਹਨੂੰ ਕਿ ਸਾਡਾ ਕਿਸਾਨ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ। ਅਸੀਂ ਤਾਂ ਕਿਸਾਨ ਉਹ ਕੌਮ ਹੈ ਵੀ ਛੋਟੀ ਜਿਹੀ ਗੱਲ ਬਦਲੇ, ਜ਼ਮੀਨ ਦੇ ਛੋਟੇ ਜਿਹੇ ਝਗੜੇ ਬਦਲੇ ਭਰਾ ਨੂੰ ਭਰਾ ਮਾਰ ਦਿੰਦਾ ਹੈ। ਬਿਲਕੁਲ। ਤੇ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ 'ਚ ਕਿੱਥੋਂ ਵੰਡ ਦਿਆਂਗੇ? ਇਹ ਤਾਂ ਉਹਨਾਂ ਦਾ ਇੱਕ ਬਹੁਤ ਵੱਡਾ ਭੁਲੇਖਾ ਵੀ ਕਿਸੇ ਵੀ ਕੀਮਤ 'ਤੇ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੀ ਜ਼ਮੀਨ 'ਤੇ ਕਬਜ਼ ਨਹੀਂ ਹੋਣ ਦਿਆਂਗੇ। ਮੋਦੀ ਸਰਕਾਰ ਆ ਜਾਏ, ਕੋਈ ਹੋਰ ਆ ਜਾਏ, ਕਾਰਪੋਰੇਟ ਘਰਾਣੇ ਜੋ ਮਰਜ਼ੀ ਕਰ ਲੈਣ, ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸਾਡਾ ਸੰਘਰਸ਼ ਇਸ ਵੇਲੇ ਪੀਕ 'ਤੇ ਗਿਆ ਹੋਇਆ ਜੀ। ਸਰਕਾਰ ਨੇ, ਏਜੰਸੀਆਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਇਹਨੂੰ ਤਾਰਪੀਡੋ ਕਰਨ ਦੀਆਂ, ਲੇਕਿਨ ਸਾਡਾ ਸੰਘਰਸ਼, ਸਾਰੀਆਂ 31 ਜਥੇਬੰਦੀਆਂ ਦੀ ਕੋਆਰਡੀਨੇਸ਼ਨ ਬਿਲਕੁਲ ਮਜ਼ਬੂਤ ਹੈ। ਕੋਈ ਕਿਸੇ ਕਿਸਮ ਦਾ ਉਹਨਾਂ ਦੇ ਵਿੱਚ ਮਤਭੇਦ ਨਹੀਂ, ਔਰ ਸਾਰੇ ਦ੍ਰਿੜ ਇਰਾਦੇ ਨਾਲ ਜਿੰਨੀ ਦੇਰ ਇਹ ਤਿੰਨੋਂ ਕਾਲੇ ਕਾਨੂੰਨ ਅਸੀਂ ਰੱਦ ਨਹੀਂ ਕਰਦੇ, ਸਾਡਾ ਸੰਘਰਸ਼ ਨਿਰੰਤਰ ਜਾਰੀ ਰਹੇਗਾ। ਹੁਣ ਇਸ ਟਾਈਮ ਜਿਹੜਾ ਕਿ ਪੰਜਾਬ ਦੇ ਵਿੱਚ ਝੋਨੇ ਦੀ ਕਟਾਈ ਤੇ ਕਣਕ ਦੀ ਬਿਜਾਈ ਦਾ ਸਮਾਂ ਆ, ਇਹਦੇ ਲਈ ਅਸੀਂ 15-20 ਦਿਨ ਸੰਘਰਸ਼ ਨੂੰ ਥੋੜ੍ਹਾ ਜਿਹਾ ਸਲੋ ਡਾਊਨ ਕਰਾਂਗੇ। ਐਂਡ ਨਵੰਬਰ 'ਚ ਲਗਭਗ ਅਸੀਂ ਇਸ ਅੰਦੋਲਨ ਨੂੰ ਇੱਥੇ ਤੱਕ ਇੰਡੀਆ ਲੈਵਲ ਤੇ ਪਹੁੰਚਾ ਦਾਂਗੇ ਵੀ ਸੈਂਟਰ ਸਰਕਾਰ ਨੂੰ ਆਪਣੀ ਸੁੱਧ-ਬੁੱਧ ਭੁੱਲ ਜਾਏ। ਜੀ, ਆਪਾਂ ਥੋੜੀ ਜਿਹੀ ਗੱਲ ਕਰ ਰਹੇ ਸੀ ਕੰਟਰੈਕਟ ਫਾਰਮਿੰਗ ਦੀ। ਕੰਟਰੈਕਟ ਫਾਰਮਿੰਗ ਜਿਹੜੀ ਆ ਉਹ ਕੋਈ ਪੰਜਾਬ ਦੇ ਵਿੱਚ ਨਵੀਂ ਨਹੀਂ। ਇਹ ਤੋਂ ਪਹਿਲਾਂ ਵੀ ਕੰਟਰੈਕਟ, ਜਿੱਦਾਂ ਕਹਿ ਲਓ ਵੀ ਅੰਮ੍ਰਿਤਸਰ ਦੇ ਲਾਗੇ ਜਿਹੜੀ ਪੈਪਸੀ ਕੋਲਾ ਦੀ ਜਾਂ ਹੋਰ ਇਹੋ ਜਿਹੇ ਅਦਾਰੇ ਹੈਗੇ ਆ, ਉਹਨਾਂ ਨੇ ਕੰਟਰੈਕਟ ਫਾਰਮਿੰਗ ਕੀਤੀ। ਉਹਦੇ ਵਿੱਚ ਕੀ ਮਤਲਬ ਨਿਕਲ ਕੇ ਆਇਆ ਜਿਹੜਾ ਕਿਸਾਨ ਜਥੇਬੰਦੀਆਂ ਬਿਲਕੁਲ ਇਹਦੇ ਅਗੇਂਸਟ ਹੋ ਰਹੀਆਂ, ਜਦ ਕਿ ਕੰਟਰੈਕਟ ਫਾਰਮਿੰਗ ਕਹਿੰਦੀ ਆ ਵੀ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਆਹ ਬੀਜੋ ਔਰ ਉਹਦੀ ਅਸੀਂ ਪੂਰੀ ਕੀਮਤ ਦੇਵਾਂਗੇ। ਕੰਟਰੈਕਟ ਫਾਰਮਿੰਗ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਹਿਲੇ ਪੈਪਸੀ ਨੇ ਕੀਤੀ ਸੀ, ਹੁਣ ਵੀ ਅੰਮ੍ਰਿਤਸਰ 'ਚ ਨਿੱਜਰ ਵਾਲਿਆਂ ਦੀ ਚੱਲ ਰਹੀ ਹੈ, ਪੈਪਸੀ ਵਾਲਿਆਂ ਦੀ ਨਾਭੇ ਚੱਲ ਰਹੀ ਹੈ ਜੀ। ਉਹਦੇ ਵਿੱਚ ਇਹੀ ਹੈ ਵੀ ਜਿੰਨਾ ਚਿਰ ਉਸ ਕਾਰਪੋਰੇਟ ਘਰਾਣੇ ਨੂੰ ਕੰਟਰੈਕਟ ਫਾਰਮਿੰਗ ਦੇ ਅੰਦਰ ਮੁਨਾਫਾ ਮਾਰਕੀਟ 'ਚ ਡਿਮਾਂਡ ਹੈ, ਦਿਸਦਾ ਹੈ, ਉਸ ਵੇਲੇ ਤਾਂ ਉਹ ਜ਼ਿਮੀਂਦਾਰ ਨੂੰ ਉਹਦੀ ਤੈਅ ਕੀਤੀ ਕੀਮਤ ਦੇ ਦੇਗਾ ਜੀ। ਜਦੋਂ ਮਾਰਕੀਟ ਦੇ ਵਿੱਚ ਸਲੰਪ ਹੋਏਗਾ, ਉਹ ਜ਼ਿਮੀਂਦਾਰ ਦੇ ਜੋ ਕੰਟਰੈਕਟ ਤੇ ਤਿਆਰ ਕਰਵਾਇਆ ਹੋਇਆ ਉਹਨੂੰ ਕੋਈ ਨਾ ਕੋਈ ਬਹਾਨਾ ਲਾ ਕੇ ਚੁੱਕਣ ਤੋਂ ਮਨਾ ਕਰ ਦੇਗਾ। ਜਿਹਨੂੰ ਮਾਰਕੀਟ 'ਚ ਉਹਦੀ ਕੋਈ ਮਾਰਕੀਟ ਨਹੀਂ ਹੋਏਗੀ, ਚੱਲੂਗਾ ਨਹੀਂ। ਜ਼ਿਮੀਂਦਾਰ ਕੋਲ ਕੋਈ ਚਾਰਾ ਨਹੀਂ ਹੋਏਗਾ ਵੀ ਆਪਣੀ ਲਾਗਤ ਮੁੱਲ ਵੀ ਉਹਨਾਂ ਕੋਲੋਂ ਵਸੂਲ ਕਰ ਲੈ। ਇਸ ਕਰਕੇ ਜ਼ਿਮੀਂਦਾਰ ਨੂੰ ਬਿਲਕੁਲ ਇਹ ਯਕੀਨ ਹੈ ਵੀ ਜੋ ਕੰਟਰੈਕਟ ਫਾਰਮਿੰਗ ਪਹਿਲੇ ਸੀਗੀ ਉਹਦੇ ਨਾਲੋਂ ਵੀ ਜਿਹੜੀ ਹੁਣ ਆ ਰਹੀ ਹੈ ਉਹ ਬਹੁਤ ਘਾਤਕ ਆ, ਔਰ ਉਹਦੇ 'ਚ ਸਾਰੇ ਦੀਆਂ ਸਾਰੀਆਂ ਸ਼ਰਤਾਂ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਹੈ। ਅੱਜ ਤੋਂ ਲਗਭਗ 2 ਸਾਲ ਪਹਿਲੇ ਮਹਾਰਾਸ਼ਟਰ ਦੇ ਵਿੱਚ ਜੀ ਪੈਪਸੀ ਵਾਲਿਆਂ ਨੇ ਆਲੂ ਦੇ ਸੀਡ ਤੇ ਕੋਈ ਉਹਨਾਂ ਦਾ ਸੀਡ ਤਿਆਰ ਕਰ ਸੀ, ਜ਼ਿਮੀਂਦਾਰਾਂ ਕੋਲ ਕਰਵਾ ਰਹੇ ਸੀ। ਉਹ ਮੌਸਮ ਦੀ ਵਜ੍ਹਾ ਨਾਲ ਉਹ ਸੀਡ ਦੀ ਸਹੀ ਕੁਆਲਿਟੀ ਤਿਆਰ ਨਹੀਂ ਹੋਈ ਜੀ, ਉਹਨਾਂ ਨੇ ਉਹ ਖਰੀਦਿਆ ਨਹੀਂ। ਪੈਪਸੀ ਵਾਲਿਆਂ ਨੇ ਉਹਨਾਂ ਜ਼ਿਮੀਂਦਾਰਾਂ ਤੇ 2.5 ਤੋਂ 3 ਕਰੋੜ ਰੁਪਏ ਦੇ ਜੁਰਮਾਨੇ ਕੀਤੇ ਹੋਏ ਸੀ। ਉਹਦੇ ਜਿਹੜੇ 2.5 ਤੋਂ 3 ਕਰੋੜ ਦੇ ਜੁਰਮਾਨੇ ਕੀਤੇ ਤਾਂ ਉਹਦੇ ਰੋਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਡੇ ਪ੍ਰਦਰਸ਼ਨ ਹੋਏ ਸੀ ਤੇ ਕੰਪਨੀ ਨੂੰ ਉਹ ਆਪਣਾ ਜਿਹੜਾ ਕਲੇਮ ਸੀਗਾ ਉਹ ਵਾਪਸ ਲੈਣੇ ਪਏ ਸੀ। ਠੀਕ ਹੈ, ਹੁਣ ਆਪਾਂ ਆਈਏ ਥੋੜ੍ਹਾ ਜਿਹਾ ਪੰਜਾਬ ਸਰਕਾਰ ਜਾਂ ਕੱਲ੍ਹ ਜੋ ਪੰਜਾਬ ਦੇ ਵਿੱਚ ਹੋਇਆ ਵਿਧਾਨ ਸਭਾ ਦੇ ਵਿੱਚ, ਇਹਨਾਂ ਨੇ ਵੀ 3 ਬਿੱਲ ਜਿਹੜੇ ਆ ਉਹ ਪਾਸ ਕੀਤੇ, ਮਤੇ ਪਾਸ ਕਰਕੇ ਤੇ ਮਾਨਯੋਗ ਰਾਜਪਾਲ ਨੂੰ ਭੇਜੇ ਆ। ਤੁਹਾਨੂੰ ਕੀ ਲੱਗਦਾ ਵੀ ਉਹ ਜਿਹੜੇ 3
ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਮਤ ਦੇ ਨਾਲ ਸਿਵਾਏ ਬੀਜੇਪੀ ਦੇ 2 MLAs ਤੋਂ ਉਹ ਪਾਸ ਕੀਤੇ ਆ, ਉਹਦਾ ਕੋਈ ਕਿਸਾਨ ਜਥੇਬੰਦੀਆਂ ਨੂੰ ਜਾਂ ਕਿਸਾਨਾਂ ਨੂੰ ਕੋਈ ਫਾਇਦਾ ਹੋ ਰਿਹਾ? ਦੇਖੋ, ਅਸੀਂ ਪਹਿਲੇ ਤਾਂ ਧੰਨਵਾਦ ਕਰਦੇ ਹਾਂ CM ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਜੀ, ਜਿਨ੍ਹਾਂ ਨੇ ਜਿੰਨੀ ਕੁ ਉਹਨਾਂ ਦੀ ਆਪਣੀ ਪਾਵਰ ਸੀ ਉਹਨੂੰ ਵਰਤ ਕੇ ਜੋ ਕੁਛ ਉਹ ਕਰ ਸਕਦੇ ਸੀ ਜੀ, ਉਹਨੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਗਰ ਉਹਨਾਂ ਨੂੰ ਰਾਜਪਾਲ ਸੈਂਟਰ ਦੇ ਦਬਾਅ ਥੱਲੇ ਮਨਜ਼ੂਰ ਨਹੀਂ ਕਰਦਾ, ਉਹ ਇਹਨਾਂ ਦੇ ਵੱਸ ਤੋਂ ਬਾਹਰ ਹੈ। ਲੇਕਿਨ ਜੋ ਕੁਛ ਉਹਨਾਂ ਨੇ ਕੀਤਾ ਵੀ ਹੈ, ਬਿੱਲ ਜਿਹੜੇ ਲਿਆਂਦੇ ਆ ਤਿੰਨੋਂ, ਉਹ ਜ਼ਿਮੀਂਦਾਰ ਦੇ ਦਬਾਅ ਥੱਲੇ, ਜ਼ਿਮੀਂਦਾਰਾਂ ਦੇ ਜੋ ਅੰਦੋਲਨ ਚੱਲ ਰਿਹਾ ਸੀ ਉਹਦੇ ਦਬਾਅ ਥੱਲੇ ਲਿਆਂਦੇ ਗਏ ਆ। ਅਸੀਂ ਇਹ ਸਮਝਦੇ ਹਾਂ ਵੀ ਜਿਹੜਾ ਸਾਡਾ ਕਿਸਾਨ ਅੰਦੋਲਨ ਚੱਲ ਰਿਹਾ ਉਹਦੀ ਇਹ ਇੱਕ ਵੱਡੀ ਜਿੱਤ ਹੈ ਜੀ, ਔਰ ਉਹਨੂੰ ਬਲ ਮਿਲੇਗਾ ਔਰ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਰਾਜਪਾਲ ਨੂੰ ਮਨਜ਼ੂਰ ਕਰਨ ਲਈ ਵੀ ਇਹਨਾਂ 'ਤੇ ਦਬਾਅ ਪਾਵਾਂਗੇ ਅਤੇ ਆਪਣੇ ਬਿੱਲ ਕਾਲੇ ਕਾਨੂੰਨ ਜਿਹੜੇ ਖੇਤੀ ਵਿਰੋਧੀ ਆਏ ਆ, ਅਸੀਂ ਉਹਨਾਂ ਨੂੰ ਰੱਦ ਕਰਾਉਣ ਲਈ ਵਜੈਦ ਹਾਂ। ਜਿੰਨੀ ਦੇਰ ਉਹ ਰੱਦ ਨਹੀਂ ਹੁੰਦੇ, ਸਾਡੀ ਲੜਾਈ ਜਾਰੀ ਰਹੂ। ਜੀ, ਸਰਦਾਰ ਕਿਰਪਾਲ ਸਿੰਘ ਜੀ, ਹੁਣ ਜਿਹੜੀ ਆਪਾਂ ਗੱਲ ਕਰੀਏ ਤੁਹਾਡੇ ਸੰਘਰਸ਼ ਤੇ 31 ਜਥੇਬੰਦੀਆਂ, ਜਿਹਦੇ ਚੋਂ ਆਮ ਕਰਕੇ ਜਦੋਂ ਆਪਾਂ ਗੱਲ ਕਰਦੇ ਹਾਂ ਸਿਰਫ 30 ਉੱਥੇ ਪਹੁੰਚਦੀਆਂ ਨੇ। ਇੱਕ ਜਥੇਬੰਦੀ ਜਿਹੜੀ ਉਗਰਾਹਾਂ ਹੈ, ਉਹ ਕਹਿੰਦੇ ਉਹ ਮੇਲ ਜੋਲ ਨਾਲ ਚੱਲ ਰਹੀ ਹੈ ਸਾਰੀਆਂ ਦੇ, ਪਰ ਉਹ ਬਹੁਤਾ ਜ਼ਿਆਦਾ ਪਾਰਟਿਸਿਪੇਟ ਉਹ 'ਚ ਨਹੀਂ ਕਰਦੇ, ਹਾਲਾਂਕਿ ਸੰਘਰਸ਼ ਦੇ ਵਿੱਚ ਉਹ ਸ਼ਾਮਲ ਨੇ। ਚਲੋ, ਇੰਨੀਆਂ ਜਥੇਬੰਦੀਆਂ ਜਿਹੜੀਆਂ ਹੈਗੀਆਂ, ਇਹਨਾਂ ਨੂੰ ਇਕੱਠੇ ਰੱਖਣਾ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਰਲ ਮਿਲ ਕੇ ਲੱਗੇ ਰਹਿਣਗੇ, ਜਾਂ ਕੇਂਦਰ ਸਰਕਾਰ ਜਿਹੜੇ ਆਪਣੇ ਵਿੱਚ ਕਹਿੰਦੇ ਬੰਦੇ ਪਾ ਰਹੀ ਆ ਤਾਂ ਕਿ ਇਹਨਾਂ ਨੂੰ ਪਾੜਿਆ ਜਾਵੇ, ਇਹਨਾਂ ਨੂੰ ਅਲੱਗ-ਅਲੱਗ ਕੀਤਾ ਜਾਵੇ, ਤਾਰ-ਪੀਟੋ ਕੀਤਾ ਜਾਵੇ, ਤਾਂ ਕਿ ਇਹ ਜਿਹੜਾ ਇਕੱਠ ਆ ਜਦੋਂ ਟੁੱਟੂਗਾ ਤੇ ਸੰਘਰਸ਼ ਹੌਲਾ ਪਊਗਾ? ਇਦਾਂ ਦਾ ਕੁਝ ਲੱਗਦਾ ਤੁਹਾਨੂੰ? ਦੇਖੋ, ਪਹਿਲੇ ਤਾਂ ਮੈਂ ਇੱਕ ਗੱਲ ਕਲੀਅਰ ਕਰਦਾ, ਜਿਹੜਾ ਤੁਸੀਂ 30 ਤਾਂ 31 ਦਾ ਰੌਲਾ ਕਹਿੰਦੇ ਆ, ਇਹ ਐਕਚੁਅਲੀ 30 ਜਥੇਬੰਦੀਆਂ ਸੀ ਜੀ। 31 ਜਥੇਬੰਦੀਆਂ ਇਸ ਕਰਕੇ ਹੋ ਗਿਆ ਵੀ ਇੱਕ ਜਥੇਬੰਦੀ ਦਾ ਨਾਂ 2 ਵਾਰੀ ਲਿਖ ਹੋ ਗਿਆ ਸੀ। ਅੱਛਾ ਜੀ। ਉਹ ਇਸ ਕਰਕੇ 31 ਸੀ। ਉਹ ਤੋਂ ਬਾਅਦ ਜਿਹੜੀ ਏਕਤਾ ਉਗਰਾਹਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਤਨਾਮ ਸਿੰਘ ਪੰਨੂ ਜੀ ਤੇ ਏਕਤਾ ਉਗਰਾਹਾਂ ਦੇ ਜੋਗਿੰਦਰ ਸਿੰਘ ਜੀ, ਇਹ ਦੋਨੋਂ ਜਥੇਬੰਦੀਆਂ ਵੱਡੀਆਂ ਜਥੇਬੰਦੀਆਂ, ਇਹ ਸਾਡੇ 30 ਜਾਂ 31 ਦਾ ਪਹਿਲੇ ਪਾਰਟ ਨਹੀਂ, ਲੇਕਿਨ ਇਹਨਾਂ ਨਾਲ ਸਾਡੀ ਸਹਿਮਤੀ ਹੈ ਵੀ ਐਕਸ਼ਨ ਸਾਂਝਾ ਹੋਏਗਾ ਜੀ, ਤਾਲਮੇਲ 'ਚ ਹੋਏਗਾ, ਲੇਕਿਨ ਉਹ ਸਾਡੇ ਨਾਲ ਸਟੇਜ ਸਾਂਝੀ ਨਹੀਂ ਕਰਨਗੇ। ਅੱਛਾ ਜੀ। ਐਕਸ਼ਨ ਜ਼ਰੂਰ ਸਾਡੇ ਨਾਲ ਹੋਣਗੇ, ਲੇਕਿਨ ਸਟੇਜ ਸਾਂਝੀ ਨਹੀਂ। ਉਹ ਉਹਨਾਂ ਦੀਆਂ ਆਪਣੀਆਂ ਜਥੇਬੰਦੀਆਂ ਦੀਆਂ ਮਜਬੂਰੀਆਂ। ਤੇ ਜਿੱਥੋਂ ਤੱਕ ਇਹ ਰਹੀ 30-31 ਜਥੇਬੰਦੀਆਂ ਦੇ ਤਾਲਮੇਲ ਦੀ, ਉਹਦੇ ਵਿੱਚ ਸਾਡੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਾ ਸਪੈਸ਼ਲੀ ਮੇਰਾ ਤੇ ਸਤਨਾਮ ਸਿੰਘ ਦਾ ਵੱਡਾ ਰੋਲ ਹੈ ਇਹ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਕਰਨ 'ਚ ਜੀ। ਸਾਨੂੰ ਲਗਭਗ 1 ਮਹੀਨਾ ਅਗਸਤ ਦਾ ਇਹਨਾਂ ਜਥੇਬੰਦੀਆਂ ਨੂੰ ਇਕੱਠੇ ਕਰਨ 'ਤੇ ਲੱਗਾ। ਜਿਹੜੀ ਇਹਨਾਂ ਦੀ ਅੱਜ ਪੋਜੀਸ਼ਨ ਹੈ, ਕਿਸੇ ਵੀ ਕੀਮਤ 'ਤੇ ਇਹਨਾਂ 'ਚੋਂ ਇੱਕ ਵੀ ਜਥੇਬੰਦੀ ਉਹ ਪਿੱਛੇ ਹਟਣ ਨੂੰ ਤਿਆਰ ਨਹੀਂ ਜੀ, ਇੱਕ ਵੀ ਜਥੇਬੰਦੀ ਕੋਈ ਗਲਤੀ ਕਰਨ ਨੂੰ ਤਿਆਰ ਨਹੀਂ। ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਸਾਡੀ ਇੱਕ ਨਾਮੀ ਜਥੇਬੰਦੀ ਲੱਖੋਵਾਲ ਨੇ ਜੀ ਸਾਡੀ ਸਾਰੀ ਕੋਆਰਡੀਨੇਸ਼ਨ ਕਮੇਟੀ ਦੀ ਸਲਾਹ ਤੋਂ ਬਿਨਾਂ ਸੁਪਰੀਮ ਕੋਰਟ ਰਿਟ ਦਾਇਰ ਕੀਤੀ ਜੀ। ਅਸੀਂ ਉਹਨਾਂ ਨੂੰ ਕੁਝ ਸਮੇਂ ਲਈ ਉਹਨਾਂ 'ਤੇ ਰੋਕ ਲਾਤੀ ਸੀ, ਉਹਨਾਂ ਨੂੰ ਬਾਹਰ ਕਰਤਾ ਸੀ ਵੀ ਭਾਈ ਤੁਸੀਂ ਆਪਣੀ ਰਿਟ ਵਾਪਸ ਲਓ, ਤੁਸੀਂ ਸਾਰੇ ਅੰਦੋਲਨ ਨੂੰ ਤਾਰ-ਪੀੜੋ ਕਰਨ ਲਈ ਜੀ ਪੋਲੀਟੀਕਲ ਪਾਰਟੀਆਂ ਦੀ ਸ਼ਹਿ 'ਤੇ ਰਿਟ ਦਾਇਰ ਕੀਤੀ ਆ, ਇਸ ਕਰਕੇ ਅਸੀਂ ਤੁਹਾਨੂੰ ਕੋਆਰਡੀਨੇਸ਼ਨ 'ਚੋਂ ਬਾਹਰ ਕਰਦੇ ਹਾਂ ਜੀ। ਲੇਕਿਨ ਉਹਨੇ ਆਪਣੀ ਗਲਤੀ ਨੂੰ ਰਿਅਲਾਈਜ਼ ਕੀਤਾ ਔਰ ਮੰਨਿਆ ਵੀ ਅਸੀਂ ਰਿਟ ਵਾਪਸ ਲਵਾਂਗੇ। ਉਹ ਆਪਣੀ ਰਿਟ ਵਾਪਸ ਲੈ ਕੇ ਆ ਕੇ ਆਪਣੀ ਗਲਤੀ ਮੰਨੀ ਹਾਊਸ ਕੋਲੋਂ ਜੀ, ਤੇ ਸ਼ਰਤਾਂ ਦੇ ਤਹਿਤ ਅਸੀਂ ਉਹਨੂੰ ਮੋੜ ਕੇ 30 ਦੇ ਵਿੱਚ ਦਾਖਲ ਕਰ ਲਿਆ। ਅੱਜ ਪੋਜੀਸ਼ਨ ਇਹ ਹੈ ਵੀ ਉਹਨਾਂ ਵਾਲੀ ਹਾਲਤ ਨੂੰ ਵੇਖ ਕੇ ਕਿਸੇ ਵੀ ਕੀਮਤ 'ਤੇ ਕੋਈ ਵੀ ਜਥੇਬੰਦੀ ਇੱਦਾਂ ਦੀ ਗਲਤੀ ਕਰਨ ਦੀ ਜੀ ਕੋਸ਼ਿਸ਼ ਨਹੀਂ ਕਰੂ। ਹਾਂ, ਅੱਛਾ, ਇਹ ਜਿਹੜੇ ਸਰਦਾਰ ਅਜਮੇਰ ਸਿੰਘ ਲੱਖੋਵਾਲ ਹੋਣਾ ਦੀ ਤੁਸੀਂ ਜਥੇਬੰਦੀ ਦੀ ਗੱਲ ਕੀਤੀ ਆ, ਤੇ ਉਹਨਾਂ ਦੇ ਜਿਹੜੇ ਜਨਰਲ ਸਕੱਤਰ ਸਰਦਾਰ ਹਰਿੰਦਰ ਸਿੰਘ ਉਹ ਅਸਤੀਫਾ ਦੇ ਗਏ, ਕੀ ਉਹ ਵਾਪਸ ਆ ਰਹੇ ਆ ਜਾਂ ਨਹੀਂ ਆ ਰਹੇ? ਤੇ ਉਹ ਲੱਖੋਵਾਲ ਜਥੇਬੰਦੀ ਜਿਹੜੀ ਆ ਉਹ ਬਿਲਕੁਲ ਹੁਣ ਇਹਨਾਂ ਤੀਹਾਂ ਦੇ ਵਿੱਚ ਸ਼ਾਮਲ ਹੈ ਤੇ ਹਰ ਸੰਘਰਸ਼ ਨਾਲ ਰਹੇਗੀ? ਦੇਖੋ, ਹਰਿੰਦਰ ਸਿੰਘ ਲੱਖੋਵਾਲ ਹੁਣ ਇਸ ਕੋਆਰਡੀਨੇਸ਼ਨ ਦੇ ਵਿੱਚ ਨਹੀਂ ਆਉਣਗੇ ਜੀ। ਬਾਕੀ ਜਿੱਥੋਂ ਤੱਕ ਲੱਖੋਵਾਲ ਜਥੇਬੰਦੀ ਦਾ ਸਵਾਲ ਹੈ, ਜੋ ਜਥੇਬੰਦੀ ਜਿੰਨੀ ਕੁ ਰਹਿ ਗਈ ਜੀ, ਜਥੇਬੰਦੀ ਦੇ ਜ਼ਿਆਦਾ ਵਿੰਗ ਭੰਗ ਹੋ ਗਏ ਆਪਣੇ ਆਪ ਹੀ ਜੀ। ਉਹ ਬਾਕੀ ਜਥੇਬੰਦੀਆਂ ਨੂੰ ਕੁਝ ਕਰਨ ਦੀ ਲੋੜ ਨਹੀਂ ਪਈ, ਉਹ ਵਿੰਗ ਉਹਦੇ ਜ਼ਿਆਦਾ ਭੰਗ ਹੋ ਗਿਆ। ਜਿੰਨੀ ਕੁ ਰਹਿ ਗਈ ਉਹ ਇਸ ਵੇਲੇ ਸਾਡੇ ਨਾਲ ਹੈ ਔਰ ਸਾਰੇ ਸੰਘਰਸ਼ਾਂ ਦੇ ਵਿੱਚ ਉਹ ਹਿੱਸਾ ਪਾ ਰਿਹਾ। ਸਮਾਂ ਹੋ ਰਿਹਾ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। पंजाब मेल USA प्रेजेंट्स एक मुलाकात
ਵਿਦੇਸ਼ਾਂ 'ਚ ਵਸਦੇ ਉਹ ਪੰਜਾਬੀ ਜਿਨ੍ਹਾਂ ਚੁੰਮੇ ਕਾਮਯਾਬੀ ਦੇ ਆਸਮਾਨ, ਜਿਨ੍ਹਾਂ ਦੇ ਸਿਰੜ ਨੂੰ ਜ਼ਮਾਨਾ ਕਰਦਾ ਹੈ ਸਲਾਮ। ਉਹਨਾਂ ਦੀ ਜ਼ਿੰਦਗੀ ਤੇ ਪ੍ਰਾਪਤੀਆਂ ਨਾਲ ਸਾਂਝ ਪਾਉਂਦਾ ਪ੍ਰੋਗਰਾਮ ਇੱਕ ਮੁਲਾਕਾਤ, ਸਿਰਫ ਪੰਜਾਬ ਮੇਲ USA ਚੈਨਲ ਤੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਸਰਦਾਰ ਕਿਰਪਾਲ ਸਿੰਘ ਮੂਸਾਪੁਰ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਵਾਈਸ ਪ੍ਰੈਜ਼ੀਡੈਂਟ ਨੇ, ਉਹ ਸਾਡੇ ਨਾਲ ਬਣੇ ਹੋਏ ਆ। ਵੱਧਦੇ ਆ ਉਹਨਾਂ ਨਾਲ ਹੋਰ ਗੱਲਾਂ ਬਾਤਾਂ ਨਾਲ। ਸਰਦਾਰ ਕਿਰਪਾਲ ਸਿੰਘ ਜੀ, ਹੁਣ ਅਸੀਂ ਆਈਏ ਦੁਆਬੇ ਦੇ ਵਿੱਚ। ਜਦੋਂ ਸੰਘਰਸ਼ ਦੀ ਗੱਲ ਹੁੰਦੀ ਹੈ ਉਦੋਂ ਜਿਹੜੀਆਂ ਜ਼ਿਆਦਾ ਖਬਰਾਂ ਆ ਰਹੀਆਂ ਉਹ ਮਾਲਵੇ ਖੇਤਰ ਤੋਂ ਆਉਂਦੀਆਂ, ਸ਼ਾਇਦ ਉਹ ਵੱਡਾ ਹੋਣ ਕਰਕੇ ਹੈ। ਤੇ ਦੁਆਬੇ ਦੇ ਵਿੱਚ ਤੁਸੀਂ ਇਸ ਸੰਘਰਸ਼ ਨੂੰ ਕਿੱਦਾਂ ਅੱਗੇ ਵਧਾ ਰਹੇ ਹੋ? ਦੁਆਬੇ ਦੇ ਵਿੱਚ ਇਹ ਸੰਘਰਸ਼ ਸ਼ੁਰੂ ਕਰਨ ਵਾਲੇ ਅਸੀਂ ਹਾਂ ਜੀ। ਪਿਛਲੇ ਲਗਭਗ 5-6 ਸਾਲ ਤੋਂ ਸ਼ੁਰੂ ਵੀ ਸਾਡਾ ਇਹ ਇੱਕ ਗੰਨਾ ਮਿਲ ਦੇ ਐਜੀਟੇਸ਼ਨ ਤੋਂ ਹੋਇਆ ਸੀ ਜੀ। ਔਰ ਅੱਜ ਇਹ ਇੱਕ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਮੋਹਰੀ ਜਥੇਬੰਦੀਆਂ ਦੇ ਵਿੱਚ ਆਪਣਾ ਸ਼ਾਮਲ ਹੈ। ਬਿਲਕੁਲ। ਤੇ ਦੁਆਬੇ ਦੇ ਵਿੱਚ ਸੰਘਰਸ਼ ਮੱਧਮ ਹੋਣ ਦੇ 2-3 ਕਾਰਨ ਆ ਜੀ। ਸਭ ਤੋਂ ਪਹਿਲਾ ਕਾਰਨ ਹੈ ਦੁਆਬੇ ਦੇ ਵਿੱਚ ਮੈਨ ਪਾਵਰ ਬਹੁਤ ਘੱਟ ਹੈ। ਸਾਡੇ ਜ਼ਿਆਦਾ ਪਰਿਵਾਰ ਬਾਹਰ ਹੈ ਜੀ। ਜਿਹੜੇ ਪਰਿਵਾਰ ਇੱਥੇ ਵੀ ਉਹਨਾਂ 'ਚ ਮੈਨ ਪਾਵਰ ਦੀ ਜ਼ਿਆਦਾ ਘਾਟ ਹੈ, ਪਹਿਲੀ ਗੱਲ। ਦੂਸਰੀ ਗੱਲ, ਦੁਆਬੇ ਦੇ ਵਿੱਚ ਸਾਡੀ ਖੇਤੀ, ਜਿਹਨੂੰ ਆਪਾਂ ਕਮਰਸ਼ੀਅਲ ਖੇਤੀ ਕਹਿ ਲਈਏ, ਜੀ, ਦੁਆਬੇ 'ਚ ਉਹ ਕੀਤੀ ਜਾਂਦੀ ਹੈ, ਮਾਲਕੀਆਂ ਥੋੜ੍ਹੀਆਂ। ਮਾਝੇ ਦਾ ਤਾਂ ਮਾਲਵੇ ਦਾ ਇਹੀ ਫਰਕ ਹੈ ਕਿ ਉਹਨਾਂ ਦੀਆਂ ਖੇਤੀਆਂ ਜਿਹੜੀਆਂ ਵੱਡੀਆਂ ਉਹ ਵੱਡੀਆਂ ਖੁੱਲੀਆਂ ਪੈਲੀਆਂ ਤੇ ਕਣਕ ਤੇ ਝੋਨੇ ਤੇ ਨਿਰਭਰ ਆ, ਨਹਿਰੀ ਪਾਣੀ ਹੈ। ਸਾਨੂੰ ਉਹਨਾਂ ਸਾਰੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਦੁਆਬੇ ਦੀਆਂ ਪ੍ਰਸਥਿਤੀਆਂ ਉਦੋਂ ਵੱਖਰੀਆਂ ਸੀ, ਲੇਕਿਨ ਜੋ ਹੁਣ ਸਾਨੂੰ ਪਿਛਲੇ 15/9 ਨੂੰ ਜਿਹੜਾ ਪਹਿਲੇ ਰੋਸ ਪ੍ਰਦਰਸ਼ਨ ਕੀਤੇ ਸੀ, 14/9 ਨੂੰ ਕਾਮਰੇਡ ਜਥੇਬੰਦੀਆਂ ਦੇ, ਖੱਬੇ ਪੱਖੀ ਜਥੇਬੰਦੀਆਂ ਦੇ ਸੀਗੇ, 15/9 ਨੂੰ ਸਾਡੀਆਂ 13 ਜਥੇਬੰਦੀਆਂ ਦੇ ਪ੍ਰਦਰਸ਼ਨ ਸੀ। ਉਹਦੇ ਵਿੱਚ ਸਾਨੂੰ ਜੋ ਕੁਝ ਪੰਜਾਬ ਦੇ ਹਰ ਵਰਗ ਤੋਂ ਹਮਾਇਤ ਮਿਲੀ ਹੈ, ਹੁੰਗਾਰਾ ਮਿਲਿਆ, ਉਹ ਇੱਕ ਮਿਸਾਲ ਹੈ। ਉਹ ਤੋਂ ਅੱਗੇ ਜਦੋਂ ਅਸੀਂ 25/9 ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਹੈ ਜੀ, ਮੇਰਾ ਖਿਆਲ ਹੈ ਵੀ ਉਹ ਪੰਜਾਬ ਦੇ ਇਤਿਹਾਸ ਵਿੱਚ ਪਹਿਲਾ ਦਿਨ ਹੋਏਗਾ ਜਿੰਨਾ ਕੁ ਸਾਰੇ ਵਰਗ ਨੇ, ਹਰ ਸਮਾਜਿਕ, ਧਾਰਮਿਕ, ਪੋਲੀਟੀਕਲ ਵਾਲਿਆਂ ਨੇ ਵੀ ਸਹਿਯੋਗ ਦਿੱਤਾ ਜੀ। ਪੂਰੇ ਦਾ ਪੂਰਾ ਕੰਪਲੀਟ ਬੰਦ ਪੰਜਾਬ ਦੇ ਵਿੱਚ, ਔਰ ਹਮਾਇਤ ਦੇ ਵਿੱਚ, ਨਾ ਕਿ ਜ਼ਬਰਦਸਤੀ। ਉਹ ਇੱਕ ਮਿਸਾਲ ਹੋਏਗੀ ਜਿੰਨਾ ਸੰਘਰਸ਼ 25/9 ਨੂੰ ਹੋਇਆ ਹੈ ਜੀ, ਉਹਦੇ 'ਚ ਦੁਆਬਾ ਵੀ ਮਾਲਵੇ ਮਾਝੇ ਤੋਂ ਪਿੱਛੇ ਨਹੀਂ ਰਿਹਾ। ਸਾਡਾ ਫਗਵਾੜੇ ਦੇ ਵਿੱਚ 25/9 ਨੂੰ ਲਗਭਗ 15,000 ਬੰਦੇ ਦਾ ਇਕੱਠ ਸੀ। ਵਾਹ ਜੀ। ਇਕੱਲੇ ਫਗਵਾੜੇ ਦਾ, ਜਿਹਨੂੰ ਆਪਾਂ ਗਿਣ ਲਈਏ ਜੀ। ਜਲੰਧਰ ਦੇ ਵਿੱਚ ਇਸ ਤਰ੍ਹਾਂ ਸੀਗਾ। ਇਸ ਕਰਕੇ ਉਸ ਦਿਨ ਅਕਾਲੀ ਦਲ ਨੇ ਵੀ ਕੋਸ਼ਿਸ਼ ਕੀਤੀ ਇਹਨੂੰ ਥੋੜ੍ਹਾ ਜਿਹਾ ਤਾਰਪੀਡੋ ਕਰਨ ਦੀ, ਲੇਕਿਨ ਉਹਨੂੰ ਮੂੰਹ ਦੀ ਖਾਣੀ ਪਈ। ਤੁਸੀਂ ਗੱਲ ਕੀਤੀ ਤਾਰਪੀਡੋ ਕਰਨ ਵਾਲੀ ਜਿਹੜੀ ਗੱਲ ਹੈ, ਅਕਸਰ ਹੁੰਦਾ ਕੀ ਆ, ਸੰਘਰਸ਼ ਵਿੱਢੇ ਜਾਂਦੇ ਆ, ਸੰਘਰਸ਼ ਚੱਲਦੇ ਆ, ਉਸ ਤੋਂ ਬਾਅਦ ਕੀ ਹੁੰਦਾ ਵੀ ਸਰਕਾਰਾਂ ਜਾਂ ਕਹਿ ਲਓ ਪੋਲੀਟੀਕਲ ਪਾਰਟੀਆਂ ਕੁਝ ਇਹੋ ਜਿਹੇ ਬੰਦੇ ਸੰਘਰਸ਼ 'ਚ ਰਲਾਉਂਦੀਆਂ ਜਿਹਦੇ ਨਾਲ ਉਹ ਜਿਹੜੇ ਸ਼ਾਂਤਮਈ ਸੰਘਰਸ਼ ਸ਼ੁਰੂ ਤਾਂ ਇੱਦਾਂ ਹੀ ਹੁੰਦੇ ਆ, ਪਰ ਉਹ ਆਪਣਾ ਰਸਤਾ ਭਟਕ ਜਾਂਦੇ ਆ। ਹੁਣ ਤੁਸੀਂ ਮੋਹਰੀ ਹੋ ਸੰਘਰਸ਼ ਦੇ, ਦੁਆਬੇ ਦੇ ਸੰਘਰਸ਼ ਦੇ, ਕੀ ਕਰਦੇ ਹੋ ਵੀ ਸਾਡਾ ਜਿਹੜਾ ਸੰਘਰਸ਼ ਆ ਇਹਦੇ ਵਿੱਚ ਕੋਈ ਇਹੋ ਜਿਹਾ ਗਲਤ ਅਨਸਰ ਰਲ ਕੇ ਕਿਤੇ ਇਹਦਾ ਰਸਤਾ ਨਾ ਭਟਕਾ ਦੇਣ, ਕੋਈ ਸ਼ਾਂਤਮਈ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਉਹ ਕਿਤੇ ਅਸ਼ਾਂਤਮਈ ਨਾ ਹੋ ਜਾਏ, ਕੋਈ ਹਿੰਸਕ ਨਾ ਹੋ ਜਾਏ? ਦੇਖੋ, ਇਹ ਸਾਡਾ ਸਾਰੀਆਂ ਜਥੇਬੰਦੀਆਂ ਦਾ ਪਹਿਲਾ ਏਮ ਹੈ ਵੀ ਸਾਡਾ ਸੰਘਰਸ਼ ਸ਼ਾਂਤਮਈ ਰਹਿਣਾ ਚਾਹੀਦਾ, ਔਰ ਸਾਡਾ ਸੰਘਰਸ਼ ਚੱਲ ਵੀ ਸ਼ਾਂਤਮਈ ਰਿਹਾ। ਸਰਕਾਰ ਦੀਆਂ ਕੁਝ ਏਜੰਸੀਆਂ, ਸਰਕਾਰ ਦੀਆਂ ਚਾਲਾਂ ਇਹਨੂੰ ਬਦਨਾਮ ਕਰਨ ਲਈ ਹਰਕਤਾਂ ਕਰਵਾਉਣੀਆਂ। ਜਿਸ ਤਰ੍ਹਾਂ ਪਿੱਛੇ 12 ਤਰੀਕ ਨੂੰ ਅਸੀਂ ਪਹਿਲੇ ਸਾਰਾ ਦਿਨ ਅਸ਼ਵਨੀ ਸ਼ਰਮਾ ਜੀ ਨੂੰ, BJP ਪ੍ਰਧਾਨ ਪੰਜਾਬ ਨੂੰ, ਜੀ ਇੱਥੇ ਵਿਜੇ ਰਿਜ਼ੋਰਟਸ ਘੇਰ ਰੱਖਿਆ, ਮਕਸੂਦਾਂ ਸਾਰਾ ਦਿਨ ਪ੍ਰਦਰਸ਼ਨ ਕੀਤਾ ਜੀ। ਸ਼ਾਮ ਨੂੰ ਜਿਸ ਵੇਲੇ ਉਹ ਪਠਾਨਕੋਟ ਜਾ ਰਹੇ ਸੀ ਤੇ ਟਾਂਡਾ ਟੋਲ ਪਲਾਜ਼ਾ ਦੇ ਉੱਤੇ ਜੀ ਹਿੰਸਕ ਵਾਰਦਾਤ ਹੋਈ ਆ, ਉਹਨਾਂ ਦੇ ਕਾਰ ਦੇ ਸ਼ੀਸ਼ੇ ਭੰਨੇ ਗਏ ਆ, ਲੇਕਿਨ ਉਹ ਲਗਭਗ ਕਲੀਅਰ ਹੈ ਵੀ ਉਹ ਇੱਕ ਗਿਣੀ ਮਿੱਥੀ ਸਾਡੇ ਸੰਘਰਸ਼ ਨੂੰ ਬਦਨਾਮ ਕਰਨ ਦੀ ਚਾਲ ਸੀ, ਨਾ ਕਿ ਉਹ ਕਿਸਾਨਾਂ ਨੇ ਕੀਤਾ ਜੀ। ਅਸੀਂ ਇਹ ਤੋਂ ਪੂਰਾ ਚੌਕਸ ਹਾਂ। ਜਿਸ ਤਰ੍ਹਾਂ ਹੁਣ ਪਿੱਛੇ 14 ਤਰੀਕ ਨੂੰ ਦਿੱਲੀ ਸਰਕਾਰ ਨੇ ਮੀਟਿੰਗ ਬੁਲਾਈ ਸੀ ਜੀ, ਅਸੀਂ 13 ਨੂੰ ਮੀਟਿੰਗ ਕਰਕੇ ਪੂਰਾ ਆਪਣਾ ਪੈਨਲ ਬਣਾ ਕੇ ਦਿੱਲੀ ਗਏ ਸੀਗੇ। ਉਹਦੇ ਵਿੱਚ ਵੀ ਸਰਕਾਰ ਨੇ ਕੋਸ਼ਿਸ਼ ਕੀਤੀ ਵੀ 2 ਬੰਦੇ, ਸਾਡੇ 30 ਬੰਦਿਆਂ ਦੇ ਵਿੱਚ ਵੀ 2 ਬੰਦੇ ਹੋਰ
ਘੁਸਪੈਠ ਕਰਾ ਕੇ ਉਹਨਾਂ ਤੋਂ ਇਦਾਂ ਦੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਅਸੀਂ ਉਹ ਬੰਦੇ ਲੱਭ ਲਏ, ਲੱਭ ਕੇ ਉਹਨਾਂ ਨੂੰ ਚੰਗੀ ਸਜ਼ਾ ਦਿੱਤੀ ਹੈ ਜੀ। ਤੇ ਅੱਗੇ ਤੋਂ ਸਾਨੂੰ ਨਹੀਂ ਲੱਗਦਾ ਵੀ ਜੋ ਕੁਝ ਅਸੀਂ ਕਰ ਰਹੇ ਹਾਂ ਕੋਈ ਹੋਰ ਇਦਾਂ ਦਾ ਮੂਵਮੈਂਟ ਹਰਕਤ ਕਰਨ ਦੀ ਕੋਸ਼ਿਸ਼ ਕਰੇਗਾ। ਅਗਰ ਉਹ ਕਰੇਗਾ ਤੇ ਉਹਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ, ਜੀ। ਉਹਨੂੰ ਸਖਤ ਤੋਂ ਸਖਤ ਸਜ਼ਾ ਅਸੀਂ ਦਿਆਂਗੇ। ਆਪਣੇ ਵੈਸੇ ਤੇ ਆਪਾਂ ਜਿਸ ਖਿੱਤੇ ਨੂੰ ਬਿਲੋਂਗ ਕਰਦੇ ਹਾਂ, ਜਿਸ ਖਿੱਤੇ ਦੇ ਵਾਸੀ ਹਾਂ ਆਪਾਂ, ਉੱਥੇ ਆਪਾਂ ਦੇਖੀਏ ਤੇ ਸਾਡੇ ਇਤਿਹਾਸ 'ਚ ਹਮੇਸ਼ਾ ਤੋਂ ਹੀ ਬੀਬੀਆਂ ਨੇ, ਔਰਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਚਾਹੇ ਉਹ ਸਿੱਖ ਸੰਘਰਸ਼ ਸੀ, ਚਾਹੇ ਗੁਰੂ ਸਾਹਿਬਾਨ ਦੇ ਟਾਈਮ ਸੀ ਜਾਂ ਉਸ ਤੋਂ ਬਾਅਦ ਦਾ ਟਾਈਮ ਸੀ, ਔਰਤਾਂ ਕਿਸੇ ਗੱਲ 'ਚ ਪਿੱਛੇ ਨਹੀਂ ਰਹਿੰਦੀਆਂ। ਤੁਹਾਡੇ ਇਸ ਸੰਘਰਸ਼ ਦੇ ਵਿੱਚ ਕਿੰਨੀਆਂ ਕੁ ਔਰਤਾਂ ਦੀ ਸ਼ਮੂਲੀਅਤ ਹੈ, ਤੇ ਉਹਨਾਂ ਦੇ ਜਦੋਂ ਔਰਤਾਂ ਕਿਸੇ ਸੰਘਰਸ਼ ਵਿੱਚ ਆ ਜਾਂਦੀਆਂ ਆ, ਉਦੋਂ ਫਿਰ ਜਿਹੜੇ ਮੋਹਰੀ ਹੁੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ, ਇਸ ਵੇਲੇ ਸਾਡੇ ਦੁਆਬੇ ਦੇ ਵਿੱਚ ਵੀ, ਸਾਡੇ ਫਲੋਰ ਟੋਲ ਪਲਾਜ਼ਾ ਤੇ ਵੀ, ਬਹਿਰਾਮ ਟੋਲ ਪਲਾਜ਼ਾ ਤੇ ਵੀ ਜੀ ਰੋਜ਼ ਬੀਬੀਆਂ ਦੇ ਜਥੇ ਆਉਂਦੇ ਆ। ਉਹਦੇ ਤੇ ਸਾਡੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਵੱਧਦੀ ਹੈ, ਲੇਕਿਨ ਸਾਰੇ ਦਾ ਸਾਰਾ ਮਾਹੌਲ ਸ਼ਾਂਤਮਈ ਹੈ। ਜੀ। ਤੇ ਦੂਸਰੀ ਗੱਲ ਮੈਂ ਕਰਾਂ ਵੀ ਜਦੋਂ ਸਾਡੀਆਂ ਬੀਬੀਆਂ ਸਿੱਖਿਅਤ ਹੋ ਕੇ ਮੂਵਮੈਂਟ ਦੇ ਵਿੱਚ ਹਿੱਸਾ ਬਣ ਗਈਆਂ, ਤਾਂ ਉਸ ਲਈ ਸਰਕਾਰ ਨੂੰ ਤਾਂ ਏਜੰਸੀਆਂ ਨੂੰ ਸਮਝ ਲੈਣਾ ਕਿ ਹੁਣ ਮੂਵਮੈਂਟ ਜਿੰਨੀ ਤੇਜ਼ ਹੋ ਜਾਏਗੀ ਉਹਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੋ ਜਾਏਗਾ। ਤੇ ਸ਼ਹਿਰੀਆਂ ਬਾਰੇ ਕੀ ਖਿਆਲ ਹੈ? ਸ਼ਹਿਰੀ ਜਿੱਦਾਂ ਮਤਲਬ ਇਹਦੇ ਵਿੱਚ ਇੱਕ ਜਿਹੜੀ ਮੱਦ ਹੈਗੀ ਜਮਾਖੋਰੀ ਵਾਲੀ ਇਹਨਾਂ ਬਿੱਲਾਂ ਦੇ ਵਿੱਚ, ਉਹ ਜਮਾਖੋਰੀ ਤੇ ਜਿਹੜਾ ਇਫੈਕਟ ਆ ਉਹ ਹਰ ਇਨਸਾਨ ਤੇ, ਹਰ ਆਖਰੀ ਬੰਦੇ ਬੈਠੇ ਤੇ ਵੀ ਅਸਰ ਪਾਊਗੀ, ਕਿਉਂਕਿ ਜਦੋਂ ਉਹ ਜਮਾਖੋਰੀ ਕਰਨਗੇ ਤੇ ਉਹ ਆਪਣੇ ਹਿਸਾਬ ਨਾਲ ਉਹਦਾ ਮੁੱਲ ਵੀ ਵਾਪਸ ਲੈਣਗੇ। ਤੇ ਪਰ ਸ਼ਹਿਰੀ ਹਾਲੇ ਉਸ ਲੈਵਲ ਤੇ ਮੋਟੀਵੇਟ ਨਹੀਂ ਹੋਏ ਵੀ ਇਸ ਲਹਿਰ ਨਾਲ ਜੁੜਿਆ ਜਾਵੇ। ਨਹੀਂ, ਜਿਸ ਤਰ੍ਹਾਂ ਸਾਰੇ ਸ਼ਹਿਰੀ ਵਰਗ ਨੇ ਸਾਨੂੰ ਪਿਛਲੀ 25 ਤਰੀਕ ਨੂੰ ਪੰਜਾਬ ਬੰਦ 'ਚ ਹਮਾਇਤ ਕੀਤੀ ਹੈ, ਜਿਸ ਤਰ੍ਹਾਂ ਉਹਨਾਂ ਨੇ ਸਹਿਯੋਗ ਕੀਤਾ, ਉਹ ਤੋਂ ਅਸੀਂ ਇਹ ਨਹੀਂ ਕਹਿ ਸਕਦੇ ਵੀ ਸ਼ਹਿਰੀ ਵਰਗ ਇਹ ਤੋਂ ਪਿੱਛੇ ਹੈ। ਜਿੱਥੋਂ ਤੱਕ ਉਸ ਐਸੈਂਸ਼ੀਅਲ ਕਮੋਡਿਟੀ ਐਕਟ ਦਾ ਸੰਬੰਧ ਹੈ, ਉਹ ਐਕਟ ਦੇਸ਼ ਆਜ਼ਾਦ ਹੋਣ ਤੋਂ ਬਾਅਦ 1955 'ਚ ਉਸ ਵੇਲੇ ਦੀਆਂ ਸੂਝਵਾਨ ਸਰਕਾਰਾਂ ਨੇ ਬਹੁਤ ਹੀ ਵਧੀਆ ਬਣਾਇਆ ਸੀ, ਲੇਕਿਨ ਇਹ ਮੋਦੀ ਸਰਕਾਰ ਨੇ ਅੰਬਾਨੀਆਂ ਅਡਾਨੀਆਂ ਦੀ ਕਠਪੁਤਲੀ ਬਣ ਕੇ ਉਹਨਾਂ ਜਮਾਖੋਰਾਂ ਦੇ ਥੱਲੇ ਲੱਗ ਕੇ ਉਸ ਐਕਟ ਨੂੰ ਖਤਮ ਕੀਤਾ। ਉਸ ਐਕਟ ਦੇ ਵਿੱਚ 1955 'ਚ ਕੋਈ ਵੀ ਵਪਾਰੀ ਇੱਕ ਤੈਅਸ਼ੁਦਾ ਹੱਦ ਤੋਂ ਵੱਧ ਕਿਸੇ ਵੀ ਐਸੈਂਸ਼ੀਅਲ ਕਮੋਡਿਟੀ ਨੂੰ, ਜ਼ਰੂਰੀ ਵਸਤਾਂ ਨੂੰ ਸਟਾਕ ਨਹੀਂ ਸੀ ਕਰ ਸਕਦਾ ਜੀ। ਅਗਰ ਉਹ ਜਿੰਨੀ ਸਟਾਕ ਕਰਦਾ ਸੀ ਤਾਂ ਉਹਦੇ ਉੱਤੇ ਇੱਕ ਕਾਨੂੰਨ ਸੀਗਾ ਵੀ ਉਹ 12% ਤੋਂ ਵੱਧ ਮੁਨਾਫਾ ਨਹੀਂ ਸੀ ਕਮਾ ਸਕਦਾ। ਹੁਣ ਮੋਦੀ ਸਾਹਿਬ ਨੇ ਉਹਨੂੰ ਬਿਲਕੁਲ ਖਤਮ ਕਰ ਦਿੱਤਾ ਜੀ। ਕੋਈ ਵੀ ਵਪਾਰੀ ਜਿੰਨਾ ਵੀ ਮਰਜ਼ੀ ਸਟਾਕ ਕਰ ਲੈ ਤੇ 100% ਤੱਕ ਮੁਨਾਫਾ ਕਮਾਉਣ ਤੱਕ ਉਹਨੂੰ ਕੋਈ ਰੋਕ ਟੋਕ ਨਹੀਂ। 100% ਤੋਂ ਬਾਅਦ ਵੀ ਉਹ ਤੇ ਐਕਟ ਕੋਈ ਨਹੀਂ, ਲੇਕਿਨ ਸਰਕਾਰ ਨਜ਼ਰਸਾਨੀ ਕਰ ਸਕਦੀ ਉੱਤੇ। ਤੇ ਉਸ ਚੀਜ਼ ਦਾ ਅਸਰ ਇੰਨਾ ਕੁ ਭਿਆਨਕ ਹੋਏਗਾ ਵੀ ਹਰ ਇੱਕ ਖਪਤਕਾਰ ਨੂੰ ਉਹਨਾਂ ਕਾਰਪੋਰੇਟ ਘਰਾਣਿਆਂ ਦੀ ਮੋਨੋਪੋਲੀ ਹੋ ਜਾਏਗੀ। ਹਰ ਇੱਕ ਖਪਤਕਾਰ ਨੂੰ ਇੰਨੀ ਕੁ ਮਹਿੰਗੀ ਹਰ ਆਈਟਮ ਮਿਲੇਗੀ ਵੀ ਉਹਨਾਂ ਦੀ ਮਜਬੂਰੀ ਹੋਏਗੀ, ਉਹਨਾਂ ਨੂੰ ਉਸ ਰੇਟ ਤੇ ਲੈਣੀ ਪਏਗੀ, ਹੋਰ ਉਹਨਾਂ ਕੋਲ ਹੱਲ ਕੋਈ ਨਹੀਂ। ਜੀ। ਇੱਕ ਜਦੋਂ ਆਪਾਂ ਗੱਲ ਕਰਦੇ ਹਾਂ ਫਿਰ ਉਹੀ ਮਾਲਵੇ ਦੇ ਵਿੱਚੋਂ ਆ ਰਿਹਾ ਵੀ ਉਹਨੀ ਜਿਹੜੇ ਕਾਰਪੋਰੇਸ਼ਨਸ ਦੇ ਪੈਟਰੋਲ ਪੰਪ ਆ ਜਾਂ ਮੌਲਾਂ ਆ ਉਹ ਘੇਰੀਆਂ ਹੋਈਆਂ। ਆਪਣੇ ਵੀ ਇੱਥੇ ਇਦਾਂ ਹੀ ਚੱਲ ਰਿਹਾ, ਆਪਾਂ ਵੀ ਇੱਥੇ ਸਭ ਕੁਝ ਬੰਦ ਕਰਾਇਆ ਹੋਇਆ ਉਹਨਾਂ ਦਾ। ਦੇਖੋ, ਸਾਡੇ ਦੁਆਬੇ ਦੇ ਵਿੱਚ ਜੀ ਕਾਫੀ ਜ਼ਿਆਦਾ ਬੰਦ ਕੀਤੇ ਹੋਏ ਆ, ਲੇਕਿਨ ਸਾਡੇ ਦੁਆਬੇ ਦੇ ਵਿੱਚ ਇਸ ਵੇਲੇ ਝੋਨਾ ਕੱਟ ਕੇ ਆਲੂ ਲਾਉਣ ਦਾ ਜ਼ੋਰ ਹੈ। ਜ਼ਿਮੀਂਦਾਰ ਸਾਰਾ ਉਸ ਪਾਸੇ ਰੁੱਝਿਆ ਹੋਇਆ, ਜੀ। ਇਸ ਕਰਕੇ ਸਾਡੀ ਮੈਨ ਪਾਵਰ ਘੱਟ ਆ। ਅਸੀਂ ਕੁਝ ਪੁਆਇੰਟ ਤਾਂ ਬੰਦ ਕੀਤੇ ਹੋਏ ਆ ਮੇਨ, ਠੀਕ ਹੈ, ਲੇਕਿਨ ਜਿੰਨਾ ਮਾਲਵੇ 'ਚ ਹੈ ਉਹਨਾਂ ਨਹੀਂ ਕਰ ਸਕੇ। ਜੀ। ਆਉਣ ਵਾਲੇ ਸਮੇਂ 'ਚ ਅਸੀਂ ਆਸ ਕਰਦੇ ਹਾਂ ਵੀ ਲਗਭਗ 15 ਨਵੰਬਰ ਤੋਂ ਅਸੀਂ ਆਪਣੇ ਕੰਮਾਂ ਕਾਰਾਂ 'ਚੋਂ ਸਮਾਂ ਮਿਲ ਜਾਣਾ ਤੇ ਅਸੀਂ ਇਹਨੂੰ ਜਿਸ ਤਰ੍ਹਾਂ ਵੀ ਸਾਡੀਆਂ 31 ਜਥੇਬੰਦੀਆਂ ਕੋਆਰਡੀਨੇਸ਼ਨ ਦੇ ਜੋ ਵੀ ਉਹ ਦਿਸ਼ਾ ਨਿਰਦੇਸ਼ ਦੇਣਗੇ ਉਹਦੇ ਮੁਤਾਬਕ ਅਸੀਂ ਮਾਲਵੇ ਮਾਝੇ ਤੋਂ ਵੱਧ ਕੇ ਹਿੱਸਾ ਪਾਵਾਂਗੇ, ਘੱਟ ਨਹੀਂ ਪਾਵਾਂਗੇ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆਂ ਜੀ। ਉਹ ਮਾਝਾ ਮਾਲਵਾ ਖੇਤਰ ਮੈਨ ਪਾਵਰ ਜ਼ਰੂਰ ਅੱਗੇ ਆ, ਲੇਕਿਨ ਜਿੰਨਾ ਸਹਿਯੋਗ ਸਾਨੂੰ ਇਸ ਵੇਲੇ NRI ਵੀਰਾਂ ਦਾ ਮਿਲ ਰਿਹਾ ਜਿਹੜੇ ਦੁਆਬੇ 'ਚੋਂ ਬਾਹਰ ਗਏ ਹੋਏ ਆ ਜੀ, ਉਹ ਸ਼ਾਇਦ ਉਹਨਾਂ ਬਿਲਟਾਂ ਤੇ ਨਾ ਮਿਲਦਾ ਹੋਵੇ। ਇਸ ਕਰਕੇ ਜਿੰਨੀ ਹੱਲਾਸ਼ੇਰੀ ਸਾਨੂੰ ਇਸ ਵੇਲੇ ਯੂਰਪ 'ਚੋਂ ਵੈਸਟਰਨ ਕੰਟਰੀ 'ਚੋਂ ਆ ਰਹੀ ਹੈ, ਉਹਦੇ ਨਾਲ ਹਰ ਇੱਕ ਨਾਗਰਿਕ ਦੁਆਬੇ ਦਾ ਵੱਧ ਚੜ੍ਹ ਕੇ ਹਿੱਸਾ ਪਾਓ। ਠੀਕ ਹੈ। ਇਹਦੇ ਨਾਲ ਜਿਹੜੀ ਆਪਾਂ ਦੂਜੀ ਗੱਲ ਕਰਦੇ ਹਾਂ, ਜਿੱਦਾਂ ਕੱਲ੍ਹ ਵਿਧਾਨ ਸਭਾ ਦੇ ਵਿੱਚ ਜਿਹੜੇ ਬਿੱਲ ਉਹ ਹੋ ਗਏ, ਪਾਸ ਹੋ ਗਏ, ਤੇ ਉਸ ਤੋਂ ਬਾਅਦ ਕੈਪਟਨ ਸਾਹਿਬ ਅੱਗੇ ਵੀ ਪਹਿਲਾਂ ਵੀ 4-5 ਵਾਰੀ ਕਹਿ ਚੁੱਕੇ ਆ, ਕੱਲ੍ਹ ਨੂੰ ਨਹੀਂ ਫੇਰ ਕਿਹਾ, ਕਹਿੰਦੇ ਜੀ ਰੇਲਾਂ ਲੰਘਣ ਦਿਓ। ਉਹਦੇ ਬਾਰੇ ਕੋਈ ਫੈਸਲਾ ਹੋਣ ਦੀ ਆਸ ਹੈਗੀ ਆ ਕਿ ਤੁਸੀਂ ਉਹੀ ਜਥੇਬੰਦੀਆਂ ਦੇ ਜਿਹੜੇ ਹੈੱਡ ਨੇ ਉਹਨਾਂ ਦੀ ਮੀਟਿੰਗ ਜਿਹੜੀ ਅੱਜ ਚੱਲ ਰਹੀ ਹੈ ਉਹਦੇ ਵੱਲ ਹੀ ਦੇਖ ਰਹੇ ਹੋ?
ਦੇਖੋ ਉਹ ਫੈਸਲਾ ਕਿਸੇ ਇੱਕ ਬੰਦੇ ਦਾ ਨਹੀਂ, ਉਹ ਸਾਰੀਆਂ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਚੰਡੀਗੜ੍ਹ ਚੱਲ ਰਹੀ ਆ ਉਹਦੇ 'ਚ ਅੱਜ ਫੈਸਲਾ ਹੋਏਗਾ ਤੇ ਉਹ 'ਤੇ ਇਹੀ ਵਿਚਾਰ ਚਰਚਾ ਅੱਗੇ ਵਾਲੀ ਰਣਨੀਤੀ ਹੋਣੀ ਹੈ। ਜਿਹੜੇ ਕੈਪਟਨ ਸਾਹਿਬ ਨੇ ਕੱਲ੍ਹ 3 ਬਿੱਲ ਲਿਆਂਦੇ ਆ ਜੀ, ਉਹ ਕਿੰਨੇ ਕੁ ਜ਼ਿਮੀਂਦਾਰਾਂ ਦੇ ਹੱਕ 'ਚ ਆ ਸਕਦੇ ਆ ਉਹਦੇ ਤੇ ਜੋ ਅੱਗੇ ਸੰਘਰਸ਼ ਦੀ ਰੂਪਰੇਖਾ ਹੋਣੀ ਹੈ ਉਹ ਸਾਰੀ ਦੀ ਸਾਰੀ ਚੰਡੀਗੜ੍ਹ ਤੋਂ ਕਿਸਾਨ ਭਵਨ ਤੋਂ ਹੀ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਕੇ ਦੱਸੀ ਜਾਓ। ਸਰਦਾਰ ਕਿਰਪਾਲ ਸਿੰਘ ਜੀ, ਤੁਸੀਂ ਜਿੰਨਾ ਤੁਹਾਨੂੰ ਕਾਫੀ ਟਾਈਮ ਹੋ ਗਿਆ ਇਹਨਾਂ ਜਥੇਬੰਦੀਆਂ ਨਾਲ ਵਿਚਰਦਿਆਂ, ਤੁਹਾਡੇ ਆਪਣੇ ਐਕਸਪੀਰੀਅੰਸ ਤੋਂ ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਇਹ ਸੰਘਰਸ਼ ਕਿੱਦਾਂ ਦੀ ਰੂਪਰੇਖਾ ਲਏਗਾ? ਇਹ ਸੰਘਰਸ਼ ਜੋ ਅਸੀਂ ਹੁਣ ਤੱਕ ਸਮਝਦੇ ਹਾਂ ਵੀ ਇਹ ਗੱਲ ਲਗਭਗ ਠੀਕ ਹੈ ਵੀ ਮੋਦੀ ਸਰਕਾਰ ਜ਼ਿਮੀਂਦਾਰਾਂ ਨੂੰ ਤਬਾਹ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਤਿਆਰੀ ਕਰ ਰਹੀ ਹੈ, ਲੇਕਿਨ ਅਸੀਂ ਵੀ ਸਾਰੀਆਂ ਜਥੇਬੰਦੀਆਂ ਨੇ ਇਹ ਮਨ ਬਣਾਇਆ ਹੋਇਆ ਵੀ 15 ਨਵੰਬਰ ਤੋਂ ਬਾਅਦ ਦਿੱਲੀ ਨੂੰ ਘੇਰਨ ਦਾ ਸੰਘਰਸ਼ ਨੂੰ ਵੱਡੇ ਰੂਪ ਦੇ ਵਿੱਚ ਲਿਜਾਣ ਦਾ ਤਿਆਰੀ ਕੀਤੀ ਜਾ ਰਹੀ ਹੈ। ਜੀ, ਤੇ ਇਹ ਜਿਹੜਾ 5 ਨਵੰਬਰ ਨੂੰ ਪੰਜਾਬ ਬੰਦ ਹੈ ਜਾਂ ਇੰਡੀਆ ਬੰਦ, ਇੰਡੀਆ ਇਹਦੇ ਬਾਰੇ ਤੁਸੀਂ ਕੀ ਤਿਆਰੀ ਕਰ ਰਹੇ ਹੋ? ਇਹਦੇ ਬਾਰੇ ਸਾਡੀ ਇੰਡੀਆ ਲੈਵਲ ਦੀ ਮੀਟਿੰਗ ਹੋ ਰਹੀ ਆ ਆਉਣ ਵਾਲੇ ਦਿਨਾਂ 'ਚ ਦਿੱਲੀ 'ਚ, ਤੇ ਉਹਦੇ 'ਚ ਸਾਰੀ ਉਹਦੀ ਰੂਪਰੇਖਾ ਤਿਆਰ ਕੀਤੀ ਜਾਊ। ਜੀ, ਅੱਜ ਇੱਕ ਹੋਰ ਖਬਰ ਆਈ ਆ ਵੀ ਰਾਜਸਥਾਨ ਗਵਰਨਮੈਂਟ ਨੇ ਵੀ ਕਹਿ ਦਿੱਤਾ ਵੀ ਜਿੱਦਾਂ ਪੰਜਾਬ ਵਿਧਾਨ ਸਭਾ 'ਚ ਬਿੱਲ ਪਾਸ ਹੋਏ ਆ ਇੱਦਾਂ ਅਸੀਂ ਵੀ ਕਰਾਂਗੇ। ਇਹਨੂੰ ਕਿੱਦਾਂ ਦੇਖਦੇ ਹੋ ਤੇ ਹੋਰ ਕਿਹੜੀਆਂ ਸਟੇਟਾਂ ਹੈਗੀਆਂ ਜਿਨ੍ਹਾਂ ਤੋਂ ਤੁਸੀਂ ਆਸ ਕਰਦੇ ਹੋ ਕਿ ਜੇ ਉਹ ਵੀ ਇਹ ਬਿੱਲ ਪਾਸ ਕਰ ਦੇਣ ਤੇ ਇਹੋ ਜਿਹੇ ਮਿਲਦੇ ਜੁਲਦੇ, ਤੇ ਤੁਹਾਡੇ ਸੰਘਰਸ਼ ਨੂੰ ਲੱਗਦਾ ਕੋਈ ਬਲ ਮਿਲ ਰਿਹਾ ਇਸ ਚੀਜ਼ ਨਾਲ ਜਾਂ ਵੈਸੇ ਹੀ ਇਹਦਾ ਕੋਈ ਖਾਸ ਅਸਰ? ਨਹੀਂ, ਸੰਘਰਸ਼ ਨੂੰ ਵੱਡਾ ਬਲ ਵੀ ਮਿਲੇਗਾ ਤੇ ਸੰਘਰਸ਼ ਦਾ ਇਹ ਪਹਿਲਾ ਜਿੱਤ ਦਾ ਸਟੈਪ ਵੀ ਹੋਏਗਾ ਜੀ, ਵੀ ਜਿਹੜੀਆਂ ਸਟੇਟ ਸਰਕਾਰਾਂ ਬੀਜੇਪੀ ਵਿਰੋਧੀ ਸਰਕਾਰਾਂ, ਬੀਜੇਪੀ ਤੇ ਇਹਨੂੰ ਪੋਲੀਟੀਸਾਈਜ਼ ਕਰ ਰਹੀ ਵੀ ਵਿਰੋਧੀ ਸਰਕਾਰਾਂ ਕਰ ਰਹੀਆਂ ਜਾਂ ਕਰਵਾ ਰਹੀਆਂ, ਇਹ ਗੱਲ ਨਹੀਂ ਗੀ। ਇਹ ਇੱਕ ਜ਼ਿਮੀਂਦਾਰ ਦੇ ਆਪਣੇ ਕਿੱਤੇ ਨਾਲ ਜੁੜਿਆ ਹੋਇਆ ਇਸ਼ੂ ਹੈ ਜੀ, ਵੱਡਾ ਮਸਲਾ ਆ। ਜ਼ਿਮੀਂਦਾਰ ਕਰੋਨਾ ਵਰਗੀ ਮਹਾਮਾਰੀ ਨੂੰ ਵੀ ਭੁੱਲ ਕੇ ਉਹਨੂੰ ਪਿੱਛੇ ਛੱਡ ਕੇ ਉਹਨੂੰ ਮਾਈਨਰ ਸਮਝ ਕੇ ਇਹਨੂੰ ਵੱਡਾ ਦੁੱਖ ਸਮਝ ਕੇ ਜ਼ਿਮੀਂਦਾਰ ਇਹ ਲੜਾਈ ਲੜ ਰਿਹਾ ਜੀ, ਤੇ ਕਿਸੇ ਵੀ ਕੀਮਤ ਤੇ ਜ਼ਿਮੀਂਦਾਰ ਇਸ ਸੰਘਰਸ਼ ਤੋਂ ਪਿੱਛੇ ਨਹੀਂ ਹਟਣ ਵਾਲਾ। ਜਿਨ੍ਹਾਂ ਸਟੇਟਾਂ ਨੇ ਇਹ ਬਿੱਲ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ, ਉਹਦੇ ਨਾਲ ਉਹਨਾਂ ਸਟੇਟਾਂ ਨੂੰ ਹੋਰ ਬਲ ਮਿਲੇਗਾ। ਲੇਕਿਨ ਸਾਡਾ ਪੂਰੇ ਇੰਡੀਆ ਦੇ ਵਿੱਚ ਤਾਲਮੇਲ ਚੱਲ ਰਿਹਾ, ਸਾਰੇ ਇੰਡੀਆ ਦੇ ਵਿੱਚ ਹੀ ਪ੍ਰੋਟੈਸਟ ਹੋ ਰਹੇ ਆ, ਲੇਕਿਨ ਅਫਸੋਸ ਵੀ ਮੀਡੀਆ ਸਾਰਾ ਹੀ ਜੀ, ਮੈਂ ਨਹੀਂ ਕਹਿੰਦਾ ਵੀ ਜਿੱਦਾਂ ਤੁਸੀਂ ਹੈ, ਬਹੁਤ ਸਾਰਾ ਮੀਡੀਆ ਮੋਦੀ ਦੇ ਅੰਡਰ ਹੈ, ਉਹ ਕੋਈ ਵੀ ਇਦਾਂ ਦੀ ਖਬਰ ਬਾਹਰ ਨਹੀਂ ਆਉਣ ਦੇ ਰਿਹਾ। ਜੀ, ਜਿੰਨਾ ਹਰਿਆਣੇ ਦੇ ਵਿੱਚ ਐਜੀਟੇਸ਼ਨ ਹੋ ਰਿਹਾ ਉਹ ਕਿਸੇ ਮੀਡੀਆ ਤੇ ਨਹੀਂ ਆ ਰਿਹਾ, ਲੇਕਿਨ ਹਰਿਆਣੇ ਦੇ ਵਿੱਚ ਪੰਜਾਬ ਦੇ ਬਰਾਬਰ ਐਜੀਟੇਸ਼ਨ ਚੱਲ ਰਹੀ ਹੈ, ਜੀ, ਯੂਪੀ ਚੱਲ ਰਹੀ ਹੈ, ਮੱਧ ਪ੍ਰਦੇਸ਼ ਚੱਲ ਰਹੀ ਹੈ। ਮੱਧ ਪ੍ਰਦੇਸ਼ ਇਹਨਾਂ ਦੀ ਸਰਕਾਰ ਹੈ, ਯੂਪੀ ਇਹਨਾਂ ਦੀ ਸਰਕਾਰ ਹੈ, ਉੱਥੇ ਬਰਾਬਰ ਐਜੀਟੇਸ਼ਨਾਂ ਚੱਲ ਰਹੀਆਂ। ਈਵਨ ਬਿਹਾਰ ਦੇ ਵਿੱਚ ਚੱਲ ਰਹੀ ਹੈ। ਇੱਥੋਂ ਤੱਕ ਵੀ ਮੈਂ ਤੁਹਾਨੂੰ ਦੱਸ ਦਿਆਂ ਵੀ ਆਉਣ ਵਾਲੀ ਇਲੈਕਸ਼ਨ ਬਿਹਾਰ ਦੇ ਵਿੱਚ ਹੋ ਰਹੀ ਹੈ, ਜੀ, ਉਹਦੇ 'ਤੇ ਜਿਸ ਤਰ੍ਹਾਂ ਦੁਆਬੇ ਨੂੰ NRI ਵੀਰ ਇਫੈਕਟ ਕਰਦੇ ਆ, ਜੀ, ਪੰਜਾਬ ਵੀ ਇਸ ਵਾਰੀ ਬਿਹਾਰ ਨੂੰ ਇਫੈਕਟ ਕਰੇਗਾ, ਕਿਉਂਕਿ ਸਭ ਤੋਂ ਵੱਧ ਕਨੈਕਸ਼ਨ ਪੰਜਾਬ ਦੇ ਜ਼ਿਮੀਂਦਾਰ ਦਾ ਬਿਹਾਰ ਨਾਲ ਆ ਇਸ ਵੇਲੇ, ਤੇ ਸਭ ਤੋਂ ਵੱਧ ਲੇਬਰ ਜਿਹੜੀ ਜ਼ਿਮੀਂਦਾਰ ਦੀ ਲੇਬਰ ਹੈ, ਅਸੀਂ ਸਾਰੀਆਂ ਲੇਬਰਾਂ ਨੂੰ ਇਧਰੋਂ ਪੈਸੇ ਵੀ ਭੇਜ ਰਹੇ ਹਾਂ, ਪਿਛਲੇ 7-8 ਮਹੀਨੇ ਤੋਂ ਖਰਚੇ ਵੀ ਭੇਜ ਰਹੇ ਹਾਂ। ਉਹ ਇਸ ਵੇਲੇ ਸਰਕਾਰ ਦੇ ਨਹੀਂ ਕਰਨਗੇ, ਜੋ ਅਸੀਂ ਕਹਿ ਰਹੇ ਹਾਂ ਉਹਦਾ ਵੱਡਾ ਅਸਰ ਆਉਣ ਵਾਲੀ ਇਲੈਕਸ਼ਨ ਤੇ ਬਿਹਾਰ 'ਤੇ ਦੇਖਣ ਨੂੰ ਮਿਲੇਗਾ। ਠੀਕ ਹੈ। ਇੱਕ ਚੀਜ਼ ਹੋਰ, ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਸਾਰਾ ਪੰਜਾਬ ਹਰਿਆਣਾ ਇਹ ਸੜਕਾਂ ਤੇ ਬੈਠਾ ਹੈ, ਕਿਸਾਨ ਰੇਲ ਰੋਕੀ ਹੋਈ ਹੈ, ਉਹਦੇ ਬਾਵਜੂਦ ਵੀ ਮੋਦੀ ਸਰਕਾਰ ਦਾ ਬੜਾ ਉਦਾਸੀਨ ਜਿਹਾ ਰਵੱਈਆ ਆ ਇਹਦੇ ਬਾਰੇ 'ਚ। ਉਹ ਇੱਦਾਂ ਉਹਨਾਂ ਦੇ ਲੱਗ ਰਿਹਾ ਜਿੱਦਾਂ ਉਹਨਾਂ 'ਤੇ ਬਹੁਤਾ ਕੋਈ ਅਸਰ ਨਹੀਂ ਹੋ ਰਿਹਾ। ਇਹਨੂੰ ਕਿੱਦਾਂ ਦੇਖ ਰਹੇ ਹੋ? ਤੁਹਾਨੂੰ ਲੱਗਦਾ ਵੀ ਇਸ ਸੰਘਰਸ਼ ਦਾ ਉਹਨਾਂ 'ਤੇ ਕੋਈ ਅਸਰ ਹੋ ਰਿਹਾ ਤੇ ਉਹ ਕੋਈ ਐਕਸ਼ਨ ਕੱਲ੍ਹ ਨੂੰ ਲੈਣਗੇ ਜਾਂ ਇਹਦੇ ਬਾਰੇ ਗੱਲ ਕਰਨਗੇ? ਕਿਉਂਕਿ ਜਥੇਬੰਦੀਆਂ ਤੇ ਦਿੱਲੀ ਵੀ ਗਈਆਂ, ਉੱਥੇ ਵੀ ਉਹਨਾਂ ਨੇ ਜੋ ਕੀਤਾ ਉਹ ਕੋਈ ਮਤਲਬ ਉਹਨਾਂ 'ਤੇ ਇੱਦਾਂ ਸ਼ੋਅ ਕੀਤਾ ਵੀ ਇਹ ਕੋਈ ਵੱਡੀ ਗੱਲ ਨਹੀਂ ਸਾਡੇ ਲਈ। ਨਹੀਂ, ਮੋਦੀ ਸਰਕਾਰ 'ਤੇ ਵੱਡਾ ਫਰਕ ਪਿਆ ਹੋਇਆ, ਇਹ ਨਹੀਂ ਵੀ ਨਹੀਂ ਪਿਆ ਜੀ, ਵੱਡਾ ਪ੍ਰੈਸ਼ਰ ਹੈ, ਸੋਚਣ ਲਈ ਮਜਬੂਰ ਹੋਈ ਹੈ। ਲੇਕਿਨ ਉਹਨਾਂ ਦੇ ਮਨ 'ਤੇ ਇਹ ਸੀ ਵੀ ਉਹਨੇ ਬੜੇ ਤਰੀਕੇ ਨਾਲ ਬਿੱਲ ਆਰਡੀਨੈਂਸ ਲਿਆਂਦੇ ਉਸ ਵੇਲੇ ਜਿਸ ਵੇਲੇ ਕਰੋਨਾ ਦਾ ਪੂਰਾ ਜ਼ੋਰ ਸੀ ਜੀ, ਤੇ ਸਾਰੀ ਦੀ ਸਾਰੀ ਪਬਲਿਕ ਅੰਦਰ ਵਾੜੀ ਹੋਈ ਸੀ। ਹੁਣ ਵੀ ਬੜੇ ਤਰੀਕੇ ਨਾਲ ਬਿੱਲ 14/9 ਨੂੰ ਪਾਰਲੀਮੈਂਟ 'ਚ ਰੱਖ ਕੇ ਇਹਨਾਂ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ। ਉਸ ਵੇਲੇ ਲਿਆਂਦੇ ਗਏ ਵੀ ਜਦ ਤੱਕ ਬਿੱਲ ਦਾ ਅਸਰ ਗਰਾਊਂਡ ਤੱਕ ਜਾਣਾ ਉਦੋਂ ਤੱਕ ਸਾਡਾ ਵਾਢੀ ਦਾ ਬਿਜਾਈ ਦਾ ਸੀਜ਼ਨ ਚੱਲ ਪੈਣਾ, ਜ਼ਿਮੀਂਦਾਰ ਉੱਧਰ ਬਿਜੀ ਹੋ ਜਾਣਾ। ਉਹਨਾਂ ਨੂੰ ਇਹ ਭੁਲੇਖਾ ਸੀ
ਵੀ ਜ਼ਿਮੀਂਦਾਰ ਕੰਮਾਂ-ਕਾਰਾਂ 'ਚ ਫਸ ਜਾਣਾ, ਅੰਦੋਲਨ ਨਹੀਂ ਕਰੂਗਾ। ਜੀ ਲੇਕਿਨ ਮੈਂ ਇਹ ਦਾਅਵੇ ਨਾਲ ਕਹਿਣਾ ਵੀ ਇਹ ਤਿੰਨੋਂ ਕਾਲੇ ਕਾਨੂੰਨ ਮੋਦੀ ਸਰਕਾਰ ਦੇ ਕੱਫਣ ਦੇ ਕਿੱਲ ਸਾਬਤ ਹੋਣਗੇ। ਜੀ ਸੋ ਸਾਡੇ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ। ਗੱਲਾਂ ਬਾਤਾਂ ਸਰਦਾਰ ਕਿਰਪਾਲ ਸਿੰਘ ਮੂਸਾਪੁਰੀ ਹੁਣੀ ਸਾਨੂੰ ਦੱਸੀਆਂ, ਤੇ ਆਉਣ ਵਾਲੇ ਦਿਨਾਂ 'ਚ ਸੰਘਰਸ਼ ਕਿਸ ਦਿਸ਼ਾ ਵਿੱਚ ਜਾਂਦਾ ਹੈ, ਇਹ ਭਵਿੱਖ ਦੇ ਗਰਭ 'ਚ ਪਿਆ। ਸਰਦਾਰ ਕਿਰਪਾਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।